ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇਖ ਰਹੇ ਹੋ ਉਡਾਰੀ ਵਿਦੇਸ਼ਾਂ ਨੂੰ ਤੇ ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ। ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਹੋਣਗੇ। ਸੋ ਜੀ ਲਾਈਵ ਸ਼ੋ ਚੱਲ ਰਿਹਾ, ਕਾਲਸ ਆਉਣੀਆਂ ਵੀ ਸਟਾਰਟ ਹੋ ਗਈਆਂ ਨੇ, ਪਰ ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗੀ ਥੋੜਾ ਜਿਹਾ ਵੇਟ ਕਰੋ। ਪਹਿਲਾਂ ਇੰਟਰੋਡਕਸ਼ਨ ਕਰਾ ਦਿੰਦੇ ਹਾਂ, ਫਿਰ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਬਹੁਤ ਸਾਰੇ ਟੌਪਿਕਸ ਜਿਹੜੇ ਨੇ ਉਹ ਮੈਂ ਛੂਹਣ ਵਾਲੀ ਹਾਂ। ਸਟੱਡੀ ਵੀਜ਼ਾ ਦੀ ਹਮੇਸ਼ਾ ਅਸੀਂ ਗੱਲ ਕਰਦੇ ਹੀ ਕਰਦੇ ਹਾਂ, ਨਾਲ ਦੀ ਨਾਲ ਅੱਜ ਉਹਨਾਂ ਬੱਚਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਪੜ੍ਹਾਈ 'ਚ ਬਹੁਤ ਜ਼ਿਆਦਾ ਗੈਪ ਪੈ ਗਿਆ, ਘੱਟ ਬਜਟ ਹੈਗਾ, ਉਹ ਹੁਣ ਕੀ ਕਰਨ। ਕਿ ਸਟੱਡੀ ਵੀਜ਼ਾ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਬਿਨਾਂ ਕੋਈ ਰਸਤਾ ਹੀ ਨਹੀਂ ਹੈਗਾ ਕਿ ਲੋਕ ਜਿਹੜੇ ਨੇ ਉਹ ਬਾਹਰ ਜਾ ਪਾਉਣ। ਕਈ ਵਾਰੀ ਫਿਰ ਇਸੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਠੱਗੀਆਂ ਵੀ ਵੱਜ ਜਾਂਦੀਆਂ ਨੇ। ਸੋ ਇਹ ਸਾਰੀ ਡਿਸਕਸ਼ਨ ਅੱਜ ਦੇ ਸ਼ੋਅ ਦੇ ਵਿੱਚ ਹੋਣ ਵਾਲੀ ਹੈ, ਖਾਸ ਕਰਕੇ ਉਹ ਬੱਚੇ ਜਿਨ੍ਹਾਂ ਦੀ ਪੜ੍ਹਾਈ ਨੂੰ ਬਹੁਤ ਸਮਾਂ ਹੋ ਗਿਆ, ਘੱਟ ਬਜਟ ਹੈਗਾ ਆ, ਕੈਨੇਡਾ ਜਾਂ ਫਿਰ ਆਸਟ੍ਰੇਲੀਆ ਵਰਗੀ ਜਗ੍ਹਾ 'ਤੇ ਨਹੀਂ ਜਾ ਸਕਦੇ। ਉਹਨਾਂ ਲਈ ਕੀ ਰਾਹ ਹੈਗੇ ਨੇ, ਅੱਜ ਦੇ ਸ਼ੋਅ 'ਚ ਉਹਨਾਂ ਦੀ ਗੱਲ ਹੋਏਗੀ ਤੇ ਤੁਸੀਂ ਧਿਆਨ ਦੇ ਨਾਲ ਇਸ ਸ਼ੋਅ ਨੂੰ ਸੁਣਨਾ ਹੈਗਾ ਜੀ। AVM ਗਲੋਬਲ ਤੋਂ ਮਿਸਟਰ ਅਮਨਦੀਪ ਸਿੰਘ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਹੈਲੋ ਅਮਨ ਜੀ, ਵੈਲਕਮ ਟੂ ਦ ਸ਼ੋਅ। ਸਤਿ ਸ਼੍ਰੀ ਅਕਾਲ ਜੀ। ਸੋ ਆਡੀਅנס ਨੂੰ ਕਹਿ ਦਿੰਦੀ ਹਾਂ ਜੀ ਕਿ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ। ਤੁਹਾਡਾ ਜੋ ਵੀ ਪ੍ਰੋਫਾਈਲ ਹੈਗਾ, ਜਿਸ ਵੀ ਕੰਟਰੀ 'ਚ ਜਾਣਾ ਚਾਹੁੰਦੇ ਆ, ਤੁਸੀਂ ਕਾਲਸ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਸਕਦੇ ਹੋ। ਸੋ ਕਾਲਸ ਆ ਰਹੀਆਂ ਨੇ, ਪਰ ਮੈਂ ਪਹਿਲਾ ਸਵਾਲ ਮੈਂ ਹੀ ਪੁੱਛਣਾ ਚਾਹਾਂਗੀ ਤਾਂ ਕਿ ਇੱਕ ਸਾਡੇ ਬੱਚੇ ਨੂੰ ਪਤਾ ਲੱਗ ਜਾਏ ਕਿ ਕਿਸ ਟੌਪਿਕ ਤੇ ਗੱਲ ਹੋ ਰਹੀ ਹੈ। ਜਿਵੇਂ ਮੈਂ ਸਟਾਰਟ ਕੀਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਹਰ ਕੋਈ ਨਹੀਂ ਜਾ ਸਕਦਾ, ਇੰਨਾ ਬਜਟ ਵੀ ਕਿਸੇ ਕੋਲ ਨਹੀਂ ਹੈਗਾ, ਜਿਵੇਂ ਫਰੈਸ਼ ਪਾਸ ਆਊਟ ਹੀ ਨਹੀਂ ਕੋਈ ਹੈਗਾ ਜਾਂ ਆਇਲਸ ਨਹੀਂ ਕਰ ਸਕਦਾ, ਹੈ ਨਾ। ਉਹਨਾਂ ਲੋਕਾਂ ਦਾ ਕੀ ਹੋਏਗਾ, ਕਿਉਂਕਿ ਇਸੇ ਚੱਕਰ ਦੇ ਵਿੱਚ ਬਹੁਤ ਠੱਗੀਆਂ ਵੱਜਦੀਆਂ ਨੇ। ਅਸੀਂ ਦੇਖਿਆ 2 ਨੰਬਰ 'ਚ ਲੋਕ ਬਾਹਰ ਜਾ ਰਹੇ ਨੇ, ਡੋਂਕੀ ਲਗਾ ਕੇ ਲੋਕ ਬਾਹਰ ਜਾ ਰਹੇ ਨੇ। ਸੋ ਉਹਨਾਂ ਲਈ ਕੋਈ ਰਸਤਾ ਨਹੀਂ ਹੈਗਾ ਜਿਨ੍ਹਾਂ ਨੂੰ ਹੁਣ ਪੜ੍ਹਾਈ ਨੂੰ ਥੋੜਾ ਜਿਹਾ ਸਮਾਂ ਬੀਤ ਚੁੱਕਿਆ। ਮੇਨਲੀ ਜਿਹੜੇ ਆਪਾਂ ਨਾਰਥ ਇੰਡੀਅਨ ਆ ਨਾ, ਇਹ ਆਪਾਂ ਆਪਣੇ ਦਿਮਾਗ ਨਾਲ ਨਹੀਂ ਚੱਲਦੇ, ਆਪਾਂ ਚੱਲਦੇ ਹਾਂ ਭੇਡ ਚਾਲ ਨਾਲ। ਆਪਾਂ ਦੇਖਦੇ ਹਾਂ ਕਿ ਮੇਰਾ ਦੋਸਤ ਹੈ ਜਾਂ ਮੇਰਾ ਚਾਚੇ ਦਾ ਮੁੰਡਾ ਜਾਂ ਮੇਰਾ ਚਾਚਾ ਉਹ ਅਮਰੀਕਾ ਹੈ, ਉਹ ਵਧੀਆ ਸੈਟਲ ਹੈ, ਉਹ ਕੈਨੇਡਾ ਹੈ, ਉਹ ਵਧੀਆ ਸੈਟਲ ਹੈ, ਤੇ ਮੈਂ ਉੱਥੇ ਹੀ ਜਾਣਾ। ਜੇ ਉੱਥੇ ਨਹੀਂ ਗਿਆ ਤੇ ਕੋਈ ਹੋਰ ਕੰਟਰੀ ਹੀ ਨਹੀਂ ਹੈਗੀ, ਜਾਂ ਫਿਰ ਉੱਥੇ ਨਹੀਂ ਹੋ ਪਾਉਂਦਾ ਤੇ ਫਿਰ ਬੱਚੇ ਆਪਾਂ ਕਾਫੀ ਵੇਖੇ ਨੇ ਜਿਹੜੇ ਕਿ ਯੂਰਪ ਹੀ ਜਾਂਦੇ ਨੇ, ਬਟ 1 ਨੰਬਰ 'ਚ ਨਹੀਂ, ਉਹ 2 ਨੰਬਰ 'ਚ ਜਾਂਦੇ ਨੇ। ਪਹਿਲਾਂ ਕਿਸੇ ਦੂਸਰੀ ਕੰਟਰੀ, ਫਿਰ ਤੀਸਰੀ ਕੰਟਰੀ, ਫਿਰ ਚੌਥੀ ਕੰਟਰੀ, ਫਿਰ ਜਾ ਕੇ ਉੱਥੇ ਪਹੁੰਚਦੇ ਨੇ ਤੇ ਉਸੇ ਚੀਜ਼ 'ਚ ਹੀ ਉਹ 15-15 20-20 ਲੱਖ ਰੁਪਏ ਆਪਣਾ ਖਰਾਬ ਕਰ ਪੈਂਦੇ ਨੇ। ਆਪਾਂ ਪਿੱਛੇ ਹੀ ਇੱਕ ਨਿਊਜ਼ ਦੇਖੀ ਸੀ, ਆਪਾਂ ਕੁਰਸ਼ੇਤਰ ਦੇ ਕਿਸੇ ਇੱਕ ਬੱਚੇ ਦੀ, ਉਹਦੇ ਨਾਲ ਵੀ ਇਹੀ ਹੋਇਆ ਸੀ ਕਿ ਉਹਨੂੰ ਕਹਿ ਦਿੱਤਾ ਗਿਆ ਕਿ ਤੈਨੂੰ ਭੇਜ ਦਾਂਗੇ ਤੇ ਤੂੰ ਉੱਥੇ ਪਹੁੰਚ ਕੇ ਪੈਸੇ ਦੇ ਦੇਗਾ, ਬਟ ਬੱਚੇ ਦੇ ਰਾਸਤੇ ਵਿੱਚ ਹੀ ਉਹਨਾਂ ਕੋਲ ਬਹੁਤ ਜ਼ਿਆਦਾ ਮਿਸਹੈਪਨਿੰਗ ਹੋ ਗਈ, ਈਵਨ ਉਹਦੇ ਔਰਗਨਸ ਤੱਕ ਵੇਚ ਦਿੱਤੇ ਗਏ ਸੀ। ਤੇ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਆਪਾਂ ਨੂੰ। ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਬੰਦਾ ਜੱਜ ਬਣੂਗਾ ਤੇ ਉਹੀ ਸੈੱਟ ਹੋਊਗਾ। ਬਹੁਤ ਪ੍ਰੋਫਾਈਲ ਨੇ, ਬਹੁਤ ਕੰਟਰੀਜ਼ ਇਹੋ ਜਿਹੀਆਂ ਨੇ ਜਿਨ੍ਹਾਂ 'ਚ ਆਪਣੀ ਸੈਟਲਮੈਂਟ ਅੱਛੀ ਹੋ ਸਕਦੀ ਹੈ। ਜੇ ਤੁਸੀਂ ਕੈਨੇਡਾ ਨਹੀਂ ਜਾ ਪਾ ਰਹੇ, ਆਸਟ੍ਰੇਲੀਆ ਨਹੀਂ ਜਾ ਪਾ ਰਹੇ, ਡਿਊ ਟੂ ਤੁਹਾਡਾ ਲੋ ਪ੍ਰੋਫਾਈਲ ਲਗਾ ਲਓ, ਬਜਟ ਲਗਾ ਲਓ, ਤੇ ਇਟ ਡਜ਼ਨਟ ਮੀਨ ਕਿ ਤੁਹਾਡੇ ਵਾਸਤੇ ਸਾਰੇ ਰਸਤੇ ਹੀ ਬੰਦ ਹੋ ਗਏ ਨੇ। ਬਹੁਤ ਕੰਟਰੀਜ਼ ਨੇ, ਕਿਉਂਕਿ ਤੁਸੀਂ ਚਾਹੇ ਕੈਨੇਡਾ ਚਲੇ ਜਾਓ, ਚਾਹੇ ਤੁਸੀਂ ਆਸਟ੍ਰੇਲੀਆ, ਚਾਹੇ ਤੁਸੀਂ UK ਚਲੇ ਜਾਓ, ਇੱਕ ਜਿਹੜਾ ਆਪਾਂ ਗੱਲ ਕਰਦੇ ਹਾਂ ਨਾ ਕਿ ਬਜਟ ਐਂਡ ਜਿਹੜਾ ਉੱਥੇ ਰਹਿ ਕੇ ਆਪਣਾ ਸਿਸਟਮ ਚੱਲਣਾ ਹੈ, ਆਪਾਂ ਅਰਨਿੰਗ ਕਰਨੀ, ਐਕਸਪੈਂਸ ਕਰਨੇ ਹੈ, ਉਹ ਹਰ ਇੱਕ ਕੰਟਰੀ 'ਚ ਸੇਮ ਹੈ। ਚਾਹੇ ਤੁਸੀਂ ਈਵਨ ਤੁਸੀਂ ਕੈਨੇਡਾ ਹੋ, ਚਾਹੇ ਤੁਸੀਂ ਯੂਰਪ ਵਿੱਚ ਹੋ। ਜੇ ਯੂਰਪ 'ਚ ਤੁਹਾਨੂੰ 2 ਪੈਸੇ ਘੱਟ ਅਰਨਿੰਗ ਹੈ ਤੇ ਤੁਹਾਡਾ ਐਕਸਪੈਂਸ ਵੀ ਘੱਟ ਹੈ। ਉਹੀ ਚੀਜ਼ ਹੈ ਉਧਰ ਨਹੀਂ ਹੋ ਰਿਹਾ। ਬਹੁਤ ਆਪਸ਼ਨਸ ਹੈ ਤੁਹਾਡੇ ਕੋਲ। 2 ਨੰਬਰ 'ਚ ਕਦੀ ਅਪਲਾਈ ਨਾ ਕਰੋ। ਇੱਕ ਜਿਹੜੀ ਚੀਜ਼ ਆਉਂਦੀ ਹੈ ਜੀ, ਅਸੀਂ ਰੀਚ ਕਰਾ ਦਿੰਦੇ ਹਾਂ ਜੀ, ਅਸੀਂ ਪੈਕੇਜ ਕਰ ਲੈਂਦੇ ਹਾਂ। ਇਹ ਸਾਰੀ ਚੀਜ਼ਾਂ ਤੁਹਾਨੂੰ ਖੱਜਲ ਕਰਨ ਵਾਸਤੇ ਹੀ, ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਕੀਤੀਆਂ ਗਈਆਂ, ਕਿਉਂਕਿ ਜੋ ਚੀਜ਼ ਦੇ ਵਿੱਚ ਤੁਹਾਡਾ 2 4 5 ਲੱਖ ਰੁਪਏ ਦੇ ਖਰਚੇ ਵਿੱਚ ਤੁਸੀਂ ਸੈਟਲ ਹੋ ਸਕਦੇ ਹੋ, ਉਸੇ ਚੀਜ਼ 'ਚ ਤੁਸੀਂ 12 12 15 15 ਲੱਖ ਰੁਪਏ ਪੇ ਕਰਦੇ ਹੋ। ਹੁਣੇ ਹੀ ਜਿਹੜੀ ਆਪਾਂ ਯੂਰਪ ਦੀ ਗੱਲ ਕਰਦੇ ਪਏ ਹਾਂ, ਵੀ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਕੰਟਰੀ ਤੋਂ ਦੂਸਰੀ ਤੋਂ ਤੀਸਰੀ, ਉਸ ਦੀ ਆਪਾਂ ਗੱਲ ਕਰੀਏ, ਲੋਕ 12 12 15 15 ਲੱਖ ਰੁਪਏ ਪੇ ਕਰਦੇ ਨੇ। ਜ਼ਰੂਰ ਕਿਉਂ ਤੁਸੀਂ 15 15 ਲੱਖ ਰੁਪਏ ਪੇ ਕਰਨੇ ਹੈ? ਤੁਸੀਂ ਜਾਣਾ, ਤੁਸੀਂ 10th ਕੀਤੀ ਹੈ, ਤੁਸੀਂ 10th ਜਾਂ 12th ਕੀਤੀ ਹੈ, ਠੀਕ ਹੈ, ਤੁਸੀਂ ਜਾ ਸਕਦੇ ਹੋ। ਤੁਸੀਂ ਉਹ ਵੀ ਕਿਸੇ ਲੇਬਰ ਕੰਟਰੀ 'ਚ ਨਹੀਂ ਜਾ ਸਕਦੇ, ਤੁਸੀਂ ਫਰਾਂਸ ਵਰਗੀ ਕੰਟਰੀ ਵਿੱਚ ਵੀ ਸਿੱਧਾ ਆਪਣਾ ਐਡਮਿਸ਼ਨ ਪਾ ਸਕਦੇ ਹੋ, ਸਿੱਧੀ ਤੁਸੀਂ ਉੱਥੇ ਵੀਜ਼ਾ ਲੈ ਕੇ ਜਾ ਸਕਦੇ ਹੋ। ਆਫਟਰ 10th ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਇੱਕ ਯੂਰਪ ਦੇ ਵਿੱਚ ਹੀ ਕੰਟਰੀ ਹੈ ਐਲਬੇਨੀਆ, ਆਪਾਂ ਜਿਹਨੂੰ ਕਹਿੰਦੇ ਹਾਂ, ਇਹ ਹੈ ਗ੍ਰੀਸ ਨਾਲ ਬਾਰਡਰ ਸ਼ੇਅਰ ਕੰਟਰੀ ਦਾ। ਇਹਨਾਂ ਨੇ ਇੱਕ ਸਭ ਤੋਂ ਵਧੀਆ ਇੱਕ ਪ੍ਰੋਗਰਾਮ ਕੀ ਕੱਢਿਆ ਹੈ, ਇੱਕ ਇੰਟਰਨਸ਼ਿਪ ਪ੍ਰੋਗਰਾਮ ਹੈ, ਜਿਹਦੇ ਵਿੱਚ ਤੁਸੀਂ 6 ਮੰਥ ਸਟੱਡੀ ਕਰਦੇ ਹੋ ਐਲਬੇਨੀਆ 'ਚ, ਤੇ ਉਹੀ ਪ੍ਰੋਗਰਾਮ ਦੀ ਜਿਹੜੀ ਇੰਟਰਨਸ਼ਿਪ ਹੈ ਫਰਾਂਸ ਵਿੱਚ ਹੈ। ਜਸਟ ਲਾਈਕ ਸਿੰਗਾਪੁਰ ਬੱਚੇ ਜਾਂਦੇ ਨੇ, ਸਾਲ ਦਾ ਪ੍ਰੋਗਰਾਮ ਹੁੰਦਾ ਹੈ ਜਿਹਦੇ ਵਿੱਚ 6 ਮੰਥ ਦੀ ਉਹਨਾਂ ਦੀ ਸਟੱਡੀ ਹੈ ਤੇ 6 ਮੰਥ ਦੀ ਇੰਟਰਨਸ਼ਿਪ ਹੈ। ਉਸੇ ਤਰ੍ਹਾਂ ਹੀ ਇਹੀ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ 6 ਮੰਥ ਤੁਸੀਂ ਸਟੱਡੀ ਕਰਨੀ ਹੈ, ਉਹ ਕਰਨੀ ਹੈ ਐਲਬੇਨੀਆ 'ਚ, ਬਟ ਜਿਹੜੀ ਤੁਹਾਡੀ ਇੰਟਰਨਸ਼ਿਪ ਹੈ ਉਹ ਤੁਹਾਡੀ ਫਰਾਂਸ ਵਿੱਚ ਹੈ। ਤੁਸੀਂ ਫਰਾਂਸ ਪਹੁੰਚ ਰਹੇ ਹੋ ਤੇ ਇਹਦੇ ਵਿੱਚ ਕੋਈ ਤੁਸੀਂ 12 15 20 ਲੱਖ ਰੁਪਏ ਪੇ ਨਹੀਂ ਕਰ ਰਹੇ। ਤੁਹਾਡਾ ਛੋਟਾ ਮੋਟਾ ਅਮਾਊਂਟ ਜਿਹੜਾ 5 ਤੋਂ ਲੈ ਕੇ 6 ਲੱਖ ਰੁਪਏ ਤੱਕ ਖਰਚਾ ਆਉਂਦਾ, ਜਿਹਦੇ 'ਚ ਤੁਹਾਡਾ ਈਚ ਐਂਡ ਐਵਰੀਥਿੰਗ ਐਕਸਪੈਂਸ ਇੰਕਲੂਡ ਹੈ।
ਤੇ ਇਹਦੇ ਵਿੱਚ ਕੋਈ ਵੀ ਇਹ ਨਹੀਂ ਹੈਗਾ ਕਿ ਮੈਂ ਆਪਣੀ ਤਰਫ ਤੋਂ ਕੋਈ ਪੈਸਾ ਲਗਾ ਰਿਹਾ ਜੀ, ਨਹੀਂ। ਇਹ ਵਾਲੀ ਕੰਟਰੀਆਂ ਟੋਟਲ ਇਹੋ ਜਿਹੀਆਂ ਜਿਹੜੀਆਂ ਖੁਦ ਹੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀਆਂ। ਇਹਦੇ ਵਿੱਚ ਇੱਕ ਮਾਈਨਰ ਜਿਹਾ ਖਰਚਾ ਤੁਹਾਨੂੰ ਪਹਿਲਾਂ ਕਰਨਾ ਪੈਂਦਾ ਹੈ, ਇਹ ਖਰਚਾ ਕਰਕੇ ਤੁਸੀਂ ਫਾਈਲ ਲੌਗਇਨ ਕਰ ਦਿਓ ਐਂਡ 1 to 2 ਮੰਥ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ ਹੈ। ਤੇ ਇਹਦੇ ਵਿੱਚ ਜਿਹੜੀ ਰੈਸਟ ਪੇਮੈਂਟ ਹੈ ਆਲਮੋਸਟ ਮੋਰ ਦੈਨ 90 to 95% ਜਿਹੜੀ ਪੇਮੈਂਟ ਹੈ ਉਹ ਤੁਹਾਡੀ ਵੀਜ਼ਾ ਲੱਗਣ ਤੋਂ ਬਾਅਦ ਹੈ। ਓਕੇ। ਤੇ ਜ਼ਰੂਰੀ ਨਹੀਂ ਕਿ ਆਪਾਂ 2 ਨੰਬਰ 'ਚ ਇੰਨੇ ਲੱਖਾਂ ਰੁਪਈਆ ਲਾ ਕੇ 10 15 ਲੱਖ ਲਾ ਕੇ ਫਿਰ ਖੱਜਲ ਹੋ ਕੇ ਜਾਣਾ ਹੈ। ਤੁਸੀਂ ਸਿੱਧੇ ਰਸਤੇ ਵਿੱਚ ਵੀ ਜਾ ਸਕਦੇ ਹੋ ਜਿਹਦੇ ਨਾਲ ਤੁਹਾਡਾ ਫਿਊਚਰ ਵੀ ਬ੍ਰਾਈਟ ਹੋਊਗਾ, ਕਿਉਂਕਿ ਹਮੇਸ਼ਾ ਕਹਿੰਦੇ ਨੇ ਕਿ 2 ਨੰਬਰ ਨਾਲੋਂ 1 ਨੰਬਰ ਦੇ ਵਿੱਚ ਬੱਚੇ ਨੂੰ ਆਪਸ਼ਨ ਜ਼ਿਆਦਾ ਮਿਲਦੇ ਨੇ, ਤੇ 2 ਨੰਬਰ ਨੂੰ ਛੱਡ ਕੇ 1 ਨੰਬਰ 'ਚ ਜਾਓ, ਤੁਹਾਡੇ ਵਾਸਤੇ ਜ਼ਿਆਦਾ ਬੈਟਰ ਆਪਸ਼ਨ ਹੋਏਗਾ। ਅੱਛਾ, 2 ਨੰਬਰ ਨਾ ਆਲਮੋਸਟ ਉਹੀ ਚੂਜ਼ ਕਰਦੇ ਨੇ ਚਲੋ ਠੀਕ ਹੈ, ਬੱਚਾ ਹੁਣੇ ਪੜ੍ਹਾਈ ਉਹਨੇ ਪੂਰੀ ਕੀਤੀ ਹੈ, ਉਹ ਤਾਂ ਕਰ ਲਏਗਾ, ਸਟੱਡੀ ਵੀਜ਼ਾ ਤੇ ਕਿਤੇ ਨਾ ਕਿਤੇ ਚਲਾ ਜਾਏਗਾ, ਉਹ ਅਪਲਾਈ ਕਰਦੇ ਨੇ ਜਿਨ੍ਹਾਂ ਨੂੰ ਬਹੁਤ ਟਾਈਮ ਨਹੀਂ ਹੋ ਗਿਆ, ਗੈਪ ਬਹੁਤ ਨਹੀਂ ਨਹੀਂ, ਇਹ ਤੁਹਾਨੂੰ ਕਨਫਿਊਜ਼ਨ ਹੈ। ਆਪਾਂ ਆਸਾਨੀ ਵਾਲਾ ਰਸਤਾ ਲੱਭਦੇ ਆ, ਠੀਕ ਹੈ ਨਾ। ਆਪਾਂ ਕੀ ਦੇਖਦੇ ਆ ਕਿ ਇੱਕ ਮੇਰਾ ਗਵਾਂਢੀ ਹੈ, ਉਹਨੇ ਕਿਸੇ ਨੂੰ ਫਾਈਲ ਦਿੱਤੀ, ਉਹ ਪਹੁੰਚ ਗਿਆ, ਠੀਕ ਨਾ। ਉਹ ਪਹੁੰਚ ਤਾਂ ਗਿਆ, ਤੁਸੀਂ ਇਹ ਤਾਂ ਦੇਖੋ ਕਿ ਉਹਨੂੰ ਪਹੁੰਚਣ 'ਚ ਉਹ ਕਿੰਨਾ ਖੱਜਲ ਹੋਇਆ ਹੈ। ਬਿਲਕੁਲ। ਜਿਹੜੀ ਫਲਾਈਟ ਉਹਦੀ ਲਗਾ ਲਓ 12 ਘੰਟੇ 18 ਘੰਟੇ 20 ਘੰਟੇ ਦੀ ਟੋਟਲ ਇੱਕ ਫਲਾਈਟ ਹੁੰਦੀ ਹੈ, ਉਸੇ ਚੀਜ਼ 'ਚ ਉਹਨੂੰ ਘਰੇ ਨਿਕਲਣ ਨੂੰ 1.5-2 ਮਹੀਨਾ ਹੋ ਗਿਆ ਤੇ ਉਹ ਰਸਤੇ 'ਚ ਖੱਜਲ ਹੋ ਰਿਹਾ ਹੈ। ਤੁਸੀਂ ਕਿਉਂ ਚੀਜ਼ ਕਰਦੇ? ਉਹੀ ਗੱਲ ਹੈ ਨਾ ਵੀ ਉਹਨਾਂ 'ਚ ਇੱਕ ਟੈਨਸ਼ਨ ਫਰੀ ਹੈ ਜੀ, ਆਪਾਂ ਅੱਜ ਪਾਸਪੋਰਟ ਦੇਤਾ, ਉੱਥੇ ਜਾ ਕੇ ਪੈਸੇ ਲੈ ਲੈਣਗੇ, ਠੀਕ ਹੈ ਨਾ। ਉਹ ਪੈਸੇ ਤੁਹਾਡੇ ਹੀ ਲੱਗਣੇ ਹੈ। ਉਹ ਤੁਹਾਡੇ ਇੱਕ ਚੀਜ਼ ਸਿੰਪਲ ਹੈ ਕਿ ਤੁਹਾਡੇ ਉੱਪਰ ਕਿਸੇ ਨੇ ਪੈਸਾ ਨਹੀਂ ਲਾਣਾ। ਕੋਈ ਤੁਹਾਡਾ ਰਿਸ਼ਤੇਦਾਰ, ਭਰਾ, ਚਾਚਾ, ਤਾਇਆ ਨਹੀਂ ਹੈਗਾ ਜੋ ਤੁਹਾਡੇ ਉੱਪਰ ਪੈਸਾ ਲਗਾਊਗਾ। ਪੈਸਾ ਤੁਹਾਡੇ ਉੱਪਰ ਹੀ ਲਗਾਇਆ ਜਾਂਦਾ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ, ਤੁਸੀਂ ਅੱਜ ਅਪਲਾਈ ਕਰਤਾ ਉਹਨਾਂ ਕੋਲ, ਤੁਸੀਂ ਅਪਲਾਈ ਕਰਕੇ ਠੀਕ ਹੈ ਜੀ ਹੋ ਗਿਆ ਜੀ ਤੁਹਾਡੀ ਫਲਾਈਟ ਆ, ਥੋੜੇ ਬਹੁਤ ਪੈਸੇ ਦੇ ਦਿਓ 10%। ਆਪਾਂ ਕਹਿੰਦੇ ਆ ਵੀ ਬੱਚਾ ਚੱਲਾ ਤਾਂ ਦੇ ਦਿਓ 10%, ਅੱਗੇ ਫਿਰ ਜਾ ਕੇ ਫਿਰ ਬੱਚੇ ਤੋਂ ਪੈਸੇ, ਮਤਲਬ ਜਿਵੇਂ ਜਿਵੇਂ ਖਰਚਾ ਹੋ ਜਾਂਦਾ ਬੱਚੇ ਤੋਂ ਮੰਗੀ ਜਾਂਦੇ ਨੇ, ਆਪਣੀ ਜੇਬ 'ਚ ਕੋਈ ਨਹੀਂ ਲਗਾਉਣਾ। ਨਾਲੇ ਇੱਕ ਉਹੀ ਚੀਜ਼ ਹੈ ਨਾ ਵੀ ਕਰਨਾ ਵੀ ਕਿਉਂ ਹੈ ਆਪਣਾ। ਇਹ ਤਾਂ ਹੈ ਨਹੀਂ ਆ ਕਿ ਆਪਣੇ ਕੋਲ 100 ਜੀਵਨ ਹੈ ਵੀ ਕੋਈ ਗੱਲ ਨਹੀਂ, ਇੱਕ ਗਿਆ ਦੂਜਾ ਹੈਗਾ, ਠੀਕ ਨਾ। ਇੱਕ ਲਾਈਫ ਹੈ ਤੇ ਉਹਦੇ ਵਿੱਚ ਆਪਾਂ ਖੱਜਲ ਹੋ ਕੇ ਕਿਉਂ ਜੀਣਾ, ਆਪਾਂ ਲੁੱਕ ਕੇ ਕਿਉਂ ਰਹੀਏ, ਜਦੋਂ ਆਪਾਂ 1 ਨੰਬਰ 'ਚ ਬਿਲਕੁਲ ਸੈਟਲ ਹੋ ਕੇ ਰਹਿ ਸਕਦੇ ਹਾਂ। ਤੇ ਆਪਾਂ ਉਹੀ ਚੀਜ਼ 'ਚ ਇੱਕ ਦਿਲ 'ਚ ਡਰ ਭਾਲ ਕੇ ਵੀ ਹਾਂ ਯਾਰ ਮੈਂ ਫੜਿਆ ਗਿਆ, ਮੈਨੂੰ ਪੁਲਿਸ ਨਾ ਫੜ ਲੇ, ਮੈਨੂੰ ਇੱਥੋਂ ਵਾਪਸ ਨਾ ਭੇਜ ਦੇਣ, ਇੱਕ ਚੀਜ਼ ਕਿਉਂ ਕਰਨੀ। ਸਭ ਤੋਂ ਬੈਸਟ ਆਪਸ਼ਨ ਹੈ ਯੂਰਪ। ਅੱਜ ਦੇ ਟਾਈਮ 'ਚ ਬਾਹਾਂ ਖੋਲ ਕੇ ਬੱਚਿਆਂ ਨੂੰ ਵੈਲਕਮ ਕਰਦਾ ਪਿਆ। ਤੁਸੀਂ ਆਓ, ਕਾਫੀ ਕੰਟਰੀਜ਼ ਨੇ ਜਿਹੜੀ ਵਿਦਆਊਟ ਆਇਲਸ ਹੈ। ਜਿਸ ਲਾਈਕ ਆਪਾਂ ਗੱਲ ਕਰ ਲਈਏ ਅਲਬੇਨੀਆ ਦੀ ਗੱਲ ਕਰ ਲਈਏ, ਫਰਾਂਸ ਦੀ ਗੱਲ ਕਰ ਲਈਏ, ਚੈਕ ਰਿਪਬਲਿਕ ਹੈਗਾ, ਲਾਟਵੀਆ ਹੈਗਾ, ਲਿਥੁਆਨੀਆ ਹੈਗਾ, ਈਵਨ ਹੁਣ ਤਾਂ 2 ਸਾਲ ਬਾਅਦ ਸਾਈਪਰਸ ਵੀ ਕਾਫੀ ਅੱਛੀ ਤਰ੍ਹਾਂ ਓਪਨ ਹੋ ਚੁੱਕਿਆ ਹੈ। ਕਿਉਂਕਿ ਜਿਹੜੇ ਬੱਚੇ ਨੇ ਯੂਕੇ ਜਾਣਾ ਉਹ ਸਾਈਪਰਸ ਜਾ ਕੇ ਯੂਕੇ ਵੀ ਜਾਂਦੇ ਆ। 2 ਨੰਬਰ 'ਚ ਨਾ ਜਾਓ, ਇਹੀ ਤੁਹਾਡੇ ਨਾਲ ਗੁਜ਼ਾਰਿਸ਼ ਹੈ। ਨਾ ਆਪਣੇ ਲੱਖਾਂ ਰੁਪਏ ਖਰਾਬ ਕਰੋ, ਪਹਿਲਾਂ ਆਪਣੇ ਪ੍ਰੋਫਾਈਲ ਨੂੰ ਸਮਝੋ, ਸਰਚ ਕਰੋ ਕਿ ਮੇਰੇ ਵਾਸਤੇ ਬੈਸਟ ਕੀ ਹੋ ਸਕਦਾ ਹੈ, ਮੈਂ ਇਸ ਚੀਜ਼ ਦੇ ਵਿੱਚ ਕਿੰਨਾ ਘੱਟ ਤੋਂ ਘੱਟ ਖਰਚਾ ਕਰ ਸਕਦਾ, ਉਹਦੇ ਅਕੋਰਡਿੰਗ ਅਪਲਾਈ ਕਰੋ। ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਣਾ ਭਵਿੱਖ ਖਰਾਬ ਨਾ ਕਰੋ। ਬਿਲਕੁਲ ਜੀ, ਬਿਲਕੁਲ। ਅੱਛਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਠੀਕ ਹੈ ਨਾ, ਜਿਹੜੇ ਹੁਣੇ ਪੜ੍ਹਾਈ ਪੂਰੀ ਕੀਤੀ ਉਹਨਾਂ ਲਈ ਆਪਸ਼ਨ ਹੋ ਜਾਂਦੀਆਂ ਨੇ, ਪਰ ਉਹ ਜਿਹੜੇ ਜਿਨ੍ਹਾਂ ਦੀ ਪੜ੍ਹਾਈ ਨੂੰ ਬਹੁਤ, ਚਾਹੇ ਉਹ 10ਵੀਂ ਪਾਸ ਨੇ ਚਾਹੇ +2 ਪਾਸ ਨੇ, 5-5 10-10 ਸਾਲ ਹੋ ਚੁੱਕੇ ਨੇ, ਉਹਨਾਂ ਲਈ ਵੀ ਕੋਈ ਆਪਸ਼ਨ ਹੈਗੀ ਹੈ ਤੁਹਾਡੇ ਕੋਲ? ਬਿਲਕੁਲ, ਉਹਨਾਂ ਵਾਸਤੇ ਸਾਈਪਰਸ ਆਪਸ਼ਨ ਹੈ। ਆਪਾਂ ਅਲਬੇਨੀਆ ਦੀ ਗੱਲ ਕਰਦੇ ਹਾਂ, ਅਲਬੇਨੀਆ ਵੀ ਉਹਨਾਂ ਵਾਸਤੇ ਆਪਸ਼ਨ ਹੈ। ਓਕੇ, ਕਿੰਨਾ ਮੈਕਸਿਮਮ ਗੈਪ ਲੈ ਲੈਂਦਾ? ਬੇਸਿਕਲੀ ਜਿਹੜੀ ਇਹ ਕੰਟਰੀਆਂ ਨੇ ਨਾ, ਇਹ ਯੂਰੋਪੀਅਨ ਕੰਟਰੀਆਂ ਨੇ, ਇੱਥੇ ਹਰ ਇੱਕ ਅਲੱਗ ਲੈਂਗੁਏਜ ਹੈ। ਹੁਣ ਆਪਾਂ ਨੂੰ ਲੱਗਦਾ ਕਿ ਯਾਰ ਉੱਥੇ ਤਾਂ ਇੰਗਲਿਸ਼ ਹੋਏਗੀ, ਮੈਨੂੰ ਇੰਗਲਿਸ਼ ਤਾਂ ਆਉਂਦੀ ਨਹੀਂ, ਬਟ ਆਪਾਂ ਨੂੰ ਇਹ ਨਹੀਂ ਪਤਾ ਕਿ ਯੂਰੋਪੀਅਨ ਦੀ ਇੰਗਲਿਸ਼ ਆਪਣੇ ਤੋਂ ਹੀ ਮਾੜੀ ਹੈ। ਈਵਨ ਤੁਸੀਂ ਕਦੇ ਕਿਸੇ ਯੂਰੋਪੀਅਨ ਕੰਟਰੀ ਦਾ ਇੰਟਰਵਿਊ ਅਟੈਂਡ ਕੀਤਾ ਹੋਏ ਤੇ ਤੁਸੀਂ ਸੁਣਿਓ ਕਿ ਉਹ ਬਹੁਤ ਸਲੋ ਬੋਲਦੇ ਨੇ, ਵਾਟ ਇਜ਼ ਯੂਅਰ ਨੇਮ, ਮਤਲਬ ਕਿ ਉਹਨਾਂ ਵਾਸਤੇ ਵੀ ਇੰਗਲਿਸ਼ ਉਵੇਂ ਹੀ ਹੈ ਜਿਵੇਂ ਆਪਣੇ ਪੰਜਾਬੀਆਂ ਜਾਂ ਫਿਰ ਆਪਣੇ ਹਰਿਆਣਾ ਵਾਲਿਆਂ ਵਾਸਤੇ ਹੈ, ਮਤਲਬ ਇੱਕ ਹੋਆ ਕਹਿੰਦੇ ਆ। ਤੇ ਇਹਦੇ 'ਚ ਵਰੀ ਕਰਨ ਦੀ ਕੋਈ ਲੋੜ ਨਹੀਂ, ਇੱਕ ਸਿੰਪਲ ਜਿਹੇ ਕੋਰਸਿਸ ਹੁੰਦੇ ਨੇ। ਜੇ ਇੱਕ ਚੀਜ਼ ਲਗਾ ਕੇ ਚੱਲੋ ਨਾ, ਜਿਹੜਾ ਕੋਰਸ 6 ਮਹੀਨੇ ਦਾ ਹੈ, ਜਿਹੜਾ ਆਪਾਂ ਕਰ ਰਹੇ ਹਾਂ 6 ਮਹੀਨੇ ਕੋਰਸ ਹੈ, ਉਸ ਤੋਂ ਬਾਅਦ 6 ਮਹੀਨੇ ਦੀ ਇੰਟਰਨਸ਼ਿਪ, ਕਿੰਨਾ ਕੁ ਟਫ ਹੋਊਗਾ? ਟਫ ਹੁੰਦੀ ਹੈ। ਆਪਾਂ ਬੈਚਲਰ ਕਰਦੇ ਹਾਂ, ਮਾਸਟਰ ਕਰਦੇ ਹਾਂ, ਜਿਹੜੀ 3-3 4 ਸਾਲ ਦੇ ਡਿਗਰੀਆਂ, ਕਿਉਂਕਿ ਉਹਦੇ 'ਚ ਆਪਾਂ ਨੂੰ ਪਹਿਲਾਂ ਬੇਸ ਬਣਾਉਣਾ ਪੈਂਦਾ ਹੈ। ਜਿਹੜਾ ਕੋਰਸ ਹੀ ਮਾਤਰ 6 ਮਹੀਨੇ ਦਾ ਹੈ, ਉਹ ਸਿੰਪਲ ਕੋਰਸ ਹੈ, ਉਹਦੇ 'ਚ ਪੜ੍ਹਨ 'ਚ ਬੱਚੇ ਨੂੰ ਕੋਈ ਟਰਬਲ ਨਹੀਂ ਆਊਗੀ। ਪਰ 6 ਮਹੀਨੇ ਦੇ ਕੋਰਸ ਤੋਂ ਬਾਅਦ ਕੀ ਹੋਏਗਾ ਫਿਰ? ਉਸ ਤੋਂ ਬਾਅਦ 6 ਮੰਥ ਦੇ ਕੋਰਸ ਤੋਂ ਬਾਅਦ ਬੱਚੇ ਦੀ ਇੰਟਰਨਸ਼ਿਪ ਹੈ ਫਰਾਂਸ ਵਿੱਚ। ਫਰਾਂਸ ਦੇ ਵਿੱਚ ਇੰਟਰਨਸ਼ਿਪ ਹੋ ਜਾਏਗੀ, ਠੀਕ ਹੈ। ਉਸ ਤੋਂ ਬਾਅਦ ਸੈਟਲਮੈਂਟ ਕੁਝ ਹੈਗੀ ਹੈ ਜਾਂ ਫਿਰ ਨਹੀਂ? ਮੇਨ ਉਹੀ ਚੀਜ਼ ਹੈ ਨਾ ਕਿ ਅਸੀਂ ਜੋਤਿਸ਼ ਨਹੀਂ ਹੈਗੇ, ਠੀਕ ਹੈ ਨਾ। ਕੱਲ ਨੂੰ ਕੀ ਰੂਲਸ ਹੈ, ਬੱਚੇ ਨੇ ਕੀ ਕਰਨਾ ਕੀ ਨਹੀਂ ਕਰਨਾ, ਉਹ ਚੀਜ਼ ਦਾ ਸਾਨੂੰ ਨਹੀਂ ਪਤਾ। ਅਸੀਂ ਤਾਂ ਇੱਕ ਪ੍ਰੋਸੈਸ ਦੱਸ ਸਕਦੇ ਹਾਂ ਕਿ ਅੱਜ ਇਹ ਪ੍ਰੋਸੈਸ ਹੈ ਤੇ ਜਿਹਨੂੰ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ। ਹੁਣ ਉਹੀ ਗੱਲ ਹੈ ਜਿਹੜੀ ਆਪਾਂ ਗੱਲ ਕਰਦੇ 15-15 ਲੱਖ ਰੁਪਏ ਲਾ ਕੇ ਉੱਥੇ ਪਹੁੰਚ ਕੇ ਬੱਚੇ ਨੇ ਕਰਨਾ, ਉਹਦੇ ਵਿੱਚ ਕਿਹੜਾ ਉਹਨਾਂ ਨੂੰ ਸੈਟਲਮੈਂਟ ਦੀ ਚੀਜ਼ਾਂ, ਉਹਨਾਂ ਨੇ ਕਹਿਣਾ ਜੀ ਤੁਹਾਡਾ ਬੱਚਾ ਪਹੁੰਚ ਗਿਆ ਮੈਨੂੰ ਪੈਸੇ ਦੇ ਦਿਓ। ਇਹ ਤਾਂ ਫਿਰ ਵੀ ਤੁਸੀਂ 1 ਸਾਲ ਲੀਗਲ ਰਹਿ ਰਹੇ ਹੋ,
ਤੇ ਸਿੰਪਲੀ ਚੀਜ਼, ਜਦੋਂ ਤੁਸੀਂ ਇੱਕ ਲੀਗਲ ਵੇ 'ਚ ਜਾ ਰਹੇ ਹੋ ਉਹਦੇ ਤੋਂ ਬਾਅਦ ਅੱਗੇ ਬਹੁਤ ਆਪਸ਼ਨਸ ਨੇ। ਤੁਸੀਂ TRC ਅਪਲਾਈ ਕਰ ਸਕਦੇ ਹੋ, ਅੱਗੇ ਸਟੱਡੀ ਕੰਟੀਨਿਊ ਕਰ ਸਕਦੇ ਹੋ, ਈਵਨ ਵਰਕ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਜੇ ਉਹਨਾਂ ਦੀ ਕੰਟਰੀ ਦੀ ਉਹ ਰੈਗੂਲੇਸ਼ਨ, ਰੂਲ ਐਂਡ ਰੈਗੂਲੇਸ਼ਨ ਦੇ ਅੰਦਰ ਆਉਂਦਾ ਹੈ ਤੇ। ਓਕੇ, ਠੀਕ ਹੈ। ਸੋ ਬਿਲਕੁਲ ਜੀ, ਉਹ ਜਿਨ੍ਹਾਂ ਦੀ ਪੜ੍ਹਾਈ ਨੂੰ ਗੈਪ ਹੋ ਚੁੱਕਿਆ ਜਾਂ ਫਿਰ ਇਲੀਗਲ ਤਰੀਕੇ ਦੇ ਨਾਲ ਤੁਸੀਂ ਯੂਰਪ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਹੋ, ਇੱਕ ਡਾਇਰੈਕਟ ਤੁਸੀਂ ਲੀਗਲ ਤਰੀਕੇ ਦੇ ਨਾਲ ਵੀ ਉੱਥੇ ਜਾ ਕੇ, ਕਿ ਮਾਤਰ 6 ਮਹੀਨੇ ਦਾ ਕੋਰਸ ਤੁਸੀਂ ਕਰਨਾ ਹੈਗਾ ਤੇ ਲੀਗਲ ਤਰੀਕੇ ਦੇ ਨਾਲ, ਜਿਵੇਂ ਇਹਨਾਂ ਨੇ ਦੱਸਿਆ 1 ਸਾਲ ਲਈ ਤੁਸੀਂ ਉੱਥੇ ਰਹਿ ਸਕਦੇ ਹੋ। ਉਸ ਤੋਂ ਬਾਅਦ ਤੁਹਾਡੀਆਂ ਆਪਸ਼ਨ ਜਿਹੜੀਆਂ ਉਹ ਖੁੱਲਦੀਆਂ ਜਾਣਗੀਆਂ। ਸੋ ਬਿਲਕੁਲ ਜੀ, ਅਪਲਾਈ ਕਰਨਾ ਚਾਹੁੰਦੇ ਹੋ, AVM ਗਲੋਬਲ ਦੇ ਨੰਬਰ ਲਗਾਤਾਰ TV ਸਕਰੀਨ ਤੇ ਫਲੈਸ਼ ਹੋ ਰਹੇ ਨੇ, ਤੁਸੀਂ ਹੁਣੇ ਲਾਈਵ ਸ਼ੋਅ ਦੇ ਵਿੱਚ ਵੀ ਕਾਲਸ ਕਰ ਸਕਦੇ ਹੋ। ਜੇ ਬਾਈ ਚਾਂਸ ਤੁਹਾਡਾ ਕਾਲ ਨਹੀਂ ਮਿਲ ਪਾ ਰਿਹਾ, ਬਿਜ਼ੀ ਆ ਰਿਹਾ ਜਾਂ ਕੋਈ ਹੋਰ ਨੈਟਵਰਕ ਪ੍ਰੋਬਲਮ ਹੈਗੀ ਹੈ, ਤੇ ਤੁਸੀਂ ਸ਼ੋਅ ਤੋਂ ਬਾਅਦ ਵੀ ਜਦੋਂ ਮਰਜ਼ੀ ਕਾਲ ਜਿਹੜੀ ਆ ਉਹ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ, ਆਪਣਾ ਪ੍ਰੋਫਾਈਲ ਜਿਹੜਾ ਉਹ ਤੁਸੀਂ ਡਿਸਕਸ ਕਰ ਸਕਦੇ ਹੈਗੇ ਹੋ। ਸੋ ਹੁਣ ਅਸੀਂ ਗੱਲ ਕਰਦੇ ਹਾਂ ਫੀਸ ਆਫਟਰ ਵੀਜ਼ਾ ਦੀ। ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ ਬੱਚੇ ਨੇ ਬਾਅਦ 'ਚ ਪੈਸੇ ਦੇਣੇ ਆ, ਪਰ ਇੱਕ ਨਾ ਫੀਸ ਆਫਟਰ ਵੀਜ਼ਾ ਦੇ ਇੱਕ ਆਮ ਹੀ ਬੋਰਡ ਲੱਗੇ ਦਿਖ ਜਾਂਦੇ ਨੇ ਸਾਨੂੰ, ਹੈ ਨਾ, ਤੇ ਇਹਨੂੰ ਲੈ ਕੇ ਵੀ ਬਹੁਤ ਵੱਡੀ ਠੱਗੀ ਵੱਜੀ ਹੈ। ਜਿਵੇਂ ਅਸੀਂ ਗੱਲ ਕਰੀਏ, ਇੱਕ ਸਵਾਲ ਇਹ ਆ ਜਾਂਦਾ ਹੈ ਕਿ ਕਿਹਾ ਜਾਂਦਾ ਸਾਰੇ ਪੈਸੇ ਬਾਅਦ 'ਚ, ਜਦੋਂ ਬੱਚਾ ਆਉਂਦਾ ਹੈ ਅਸੈਸਮੈਂਟ ਸ਼ੁਰੂ ਕਰਾਉਂਦਾ, ਫਿਰ ਜੀ 50,000 ਦੇ ਦਿਓ, ਲੱਖ ਦੇ ਦਿਓ, 2 ਲੱਖ। ਸੈਕਿੰਡ ਗੱਲ, ਜੇ ਬੱਚਾ ਉੱਥੇ ਪਹੁੰਚ ਵੀ ਜਾਂਦਾ, ਬਹੁਤ ਸਾਰੇ ਬੱਚਿਆਂ ਨੂੰ ਇਹ ਪ੍ਰੋਬਲਮ ਆਈ, ਉੱਥੇ ਪਹੁੰਚੇ ਨੇ, ਛੋਟਾ ਮੋਟਾ ਕੋਈ ਕਾਲਜ ਦੇ ਦਿੱਤਾ ਗਿਆ, ਤੀਜੀ ਗੱਲ ਫੀਸ ਹੀ ਨਹੀਂ ਦਿੱਤੀ, 3-3 ਮਹੀਨੇ 2-2 ਮਹੀਨੇ ਦੀ ਫੀਸ ਪੇ ਕੀਤੀ ਗਈ ਹੈ। ਦੇਖੋ, ਇਹ ਜੇ ਆਪਾਂ ਮੈਂ ਜਿਹੜੀ ਗੱਲ ਕਰ ਰਿਹਾ ਫੀਸ ਆਫਟਰ ਵੀਜ਼ਾ ਦੀ ਤੇ ਇਹ ਬੋਰਡ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ 'ਚ ਕਾਫੀ ਫਰਕ ਹੈ, ਡਿਪੈਂਡ ਹੈ ਹੁੰਦੀ ਹੈ ਹਰ ਇੱਕ ਚੀਜ਼। ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਇਹ ਅਸੀਂ ਉਹੀ ਮੈਂ ਗੱਲ ਪਹਿਲਾਂ ਕੀਤੀ ਸੀ ਕਿ ਅਸੀਂ ਆਪਣੀ ਜੇਬ 'ਚੋਂ ਕੋਈ ਪੈਸਾ ਨਹੀਂ ਲਗਾ ਰਹੇ, ਇਹ ਉਹ ਕੰਟਰੀ ਦੇ ਰੂਲਸ ਨੇ। ਜਿਵੇਂ ਕਾਫੀ ਕੰਟਰੀਜ਼ ਨੇ ਜੋ ਆਫਟਰ ਵੀਜ਼ਾ ਫੀਸ ਲੈਂਦੀਆਂ, ਜਿੰਦੇ ਵਿੱਚ ਆਪਾਂ ਗੱਲ ਕਰੀਏ ਨਿਊਜ਼ੀਲੈਂਡ ਵੀ ਹੈ। ਨਿਊਜ਼ੀਲੈਂਡ ਕਹਿੰਦਾ ਕਿ ਮੈਂ ਪਹਿਲਾਂ ਪੈਸੇ ਨਹੀਂ ਲੈਣੇ, ਜਦੋਂ ਮੈਂ ਤੁਹਾਨੂੰ ਅਪਰੂਵਲ ਦੂੰਗਾ ਉਸ ਤੋਂ ਬਾਅਦ ਪੈਸੇ ਦਿਓ। ਉਵੇਂ ਸਿੰਗਾਪੁਰ ਪਹਿਲਾਂ ਪੈਸੇ ਨਹੀਂ ਲੈਂਦਾ, ਸਾਈਪਰਸ ਪੈਸੇ ਨਹੀਂ ਲੈਂਦਾ, ਅਲਬੇਨੀਆ ਪੈਸੇ ਨਹੀਂ ਲੈਂਦਾ। ਕਾਫੀ ਕੰਟਰੀਜ਼ ਨੇ ਜੋ ਪਹਿਲਾਂ ਪੈਸੇ ਨਹੀਂ ਲੈਂਦੀਆਂ ਤਾਂ ਉਹ ਨਹੀਂ ਲੈਂਦੀਆਂ। ਹੁਣ ਉਹੀ ਚੀਜ਼ ਆ ਜਾਂਦੀ ਜਿਹੜੀ ਦੂਸਰੀ ਆਪਾਂ ਗੱਲ ਕਰਦੇ ਹਾਂ ਕਿ ਬੋਰਡ ਲੱਗੇ ਹੋਏ ਨੇ ਜੀ UK ਦੇ, ਸਾਰੇ ਪੈਸੇ ਵੀਜ਼ਾ ਲੰਘਣ ਤੋਂ ਬਾਅਦ ਲਵਾਂਗੇ। ਇਹਦੇ ਵਿੱਚ ਨਾ ਇੱਕ ਬਹੁਤ ਇਹਨਾਂ ਦੀ ਟ੍ਰਿਕ ਹੁੰਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਸਮਝਾਉਣਾ। ਮੇਰੇ ਕੋਲ ਇੱਕ ਬੱਚਾ ਆਇਆ, ਉਹ ਬੱਚਾ ਸੀ ਕੈਥਲ ਤੋਂ, ਤੇ ਉਹ ਖੁਦ ਨਹੀਂ ਆਇਆ, ਉਹ ਆਇਆ ਸੀ ਕਿਸੇ ਨਾਲ। ਮਤਲਬ ਕਿ ਕਹਿੰਦੇ ਨਾ ਜਦੋਂ ਆਪਾਂ ਅਪਲਾਈ ਕੀਤੀ ਹੁੰਦੀ ਤੇ ਆਪਾਂ ਅੱਧੇ ਏਜੰਟ ਖੁਦ ਬਣ ਜਾਂਦੇ ਹਾਂ, ਤੇ ਉਹਦਾ ਹਜੇ ਬੱਚੇ ਦਾ ਆਫਰ ਲੈਟਰ ਨਹੀਂ ਆਇਆ ਸੀ ਕਿਉਂਕਿ 10 ਦਿਨ ਹੁੰਦੇ ਹੋ ਗਏ ਸੀ ਅਪਲਾਈ ਕੀਤੇ ਹੋਏ ਸੀ। ਤੇ ਉਹ ਥੋੜਾ ਜਿਹਾ ਮੈਨੂੰ ਸਾਡੇ ਤੋਂ ਇਨਫੋਰਮੇਸ਼ਨ ਲੈਣਾ ਕਿਉਂ ਨਹੀਂ ਆਇਆ। ਤੇ ਜਦੋਂ ਗੱਲ ਚੱਲ ਪਈ ਤਾਂ ਕਹਿੰਦਾ ਜੀ ਹਾਂਜੀ ਮੈਂ ਵੀ ਅਪਲਾਈ ਕੀਤਾ ਹੋਇਆ ਹੈ ਜੀ, ਐਵੇਂ ਨਹੀਂ ਐਵੇਂ ਹੁੰਦਾ। ਮੈਂ ਠੀਕ ਹੈ ਜੀ, ਤੁਸੀਂ ਕੀ ਕੀਤਾ ਹੋਇਆ? ਕਹਿੰਦੇ ਜੀ ਅਸੀਂ ਤਾਂ ਐਵੇਂ ਕੁਝ ਨਹੀਂ ਕੀਤਾ, ਅਸੀਂ ਤਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਨੇ। ਮੈਂ ਵੈਰੀ ਗੁੱਡ, ਵੀ ਹਜੇ ਵੀਜ਼ਾ ਆ ਗਿਆ? ਕਹਿੰਦੇ ਜੀ ਹਜੇ ਵੀਜ਼ਾ ਨਹੀਂ ਆਇਆ। ਮੈਂ ਕੀ ਤੁਹਾਡੀ ਟਰਮਸ ਐਂਡ ਕੰਡੀਸ਼ਨ ਹੋਈ ਹੈ? ਕਹਿੰਦਾ ਜੀ ਮੇਰੀ ਗੱਲ ਹੋਈ ਹੈ ਏਜੰਟ ਨਾਲ, 17 ਲੱਖ ਰੁਪਏ ਲਊਗਾ ਜੀ, ਮੇਰਾ ਵੀਜ਼ਾ ਲਗਵਾ ਕੇ ਦਊਗਾ। ਮੈਂ ਕਿਹਾ ਕੋਈ ਪੈਸਾ? ਕਹਿੰਦਾ ਪਹਿਲਾਂ ਪੈਸਾ ਨਹੀਂ ਦਿੱਤਾ, 3 ਲੱਖ ਰੁਪਈਆ ਐਜ਼ ਅ ਸਿਕਿਉਰਿਟੀ ਦਿੱਤੀ ਹੈ। ਅੱਛਾ, ਠੀਕ ਹੈ। ਤੇ ਉਹੀ ਚੀਜ਼ ਜਦੋਂ ਹੋਈ, ਜਦੋਂ ਮੈਂ ਉਹ ਬੱਚੇ ਦਾ ਕੈਸ਼ ਲੈਟਰ ਪੜਿਆ, ਉਹਦੇ ਵਿੱਚ ਪ੍ਰੀਪੇਡ ਟਿਊਸ਼ਨ ਫੀਸ ਓਨਲੀ 3000 GBP, 3000 ਪਾਉਂਡ ਭਰੀ ਹੋਈ ਹੈ, 3 ਲੱਖ ਹੀ ਲਿੱਤਾ ਹੋਇਆ ਹੈ। ਅੰਬੈਸੀ ਫੀਸ ਤੇ ਇੰਸ਼ੋਰੈਂਸ ਬੱਚੇ ਨੇ ਭਰਨੀ ਹੈ। ਅੱਛਾ, ਦੇਖੋ 3 ਹੀ ਖਰਚੇ ਆਉਂਦੇ ਨੇ, ਟਿਊਸ਼ਨ ਫੀਸ ਆਉਂਦੀ ਹੈ, ਇੰਸ਼ੋਰੈਂਸ ਆਉਂਦੀ ਹੈ ਤੇ ਅੰਬੈਸੀ ਫੀਸ ਆਉਂਦੀ ਹੈ। ਜਿਹੜਾ ਮਿਨੀਮਮ ਡਿਪੋਜ਼ਿਟ ਸੀ ਉਹ ਬੱਚੇ ਨੇ ਏਜੰਟ ਨੇ ਐਜ਼ ਅ ਸਿਕਿਉਰਿਟੀ ਪੜਵਾਤਾ ਬੱਚੇ ਤੋਂ। ਇੰਸ਼ੋਰੈਂਸ ਤੇ ਅੰਬੈਸੀ ਆਲਰੇਡੀ ਬੱਚੇ ਨੇ ਭਰਨੀ ਹੈ ਤੇ ਏਜੰਟ ਦਾ ਲੱਗਿਆ ਕੀ। ਈਵਨ ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੋ ਟੈਂਪਰਿੰਗ ਕਰਕੇ ਲਗਾਈ ਜਾਂਦੀਆਂ, ਜੋ ਤੁਹਾਡੇ ਭਵਿੱਖ ਵਿੱਚ, ਫਿਊਚਰ ਵਿੱਚ ਅੱਗੇ ਤੁਹਾਨੂੰ ਰੁਕਾਵਟਾਂ ਦੇਣਗੀਆਂ ਹੀ ਦੇਣਗੀਆਂ। ਤੁਸੀਂ ਖੁਦ ਪੜ੍ਹਨ ਜਾਣਾ। ਇੱਕ ਚੀਜ਼ ਨੋਟ ਕਰੋ, ਤੁਸੀਂ ਪੜ੍ਹਨ ਜਾਣਾ, ਤੁਹਾਡਾ ਫਿਊਚਰ ਖੁਦ ਦਾ ਸੈਟਲ ਹੋਣਾ, ਤੁਹਾਡੇ ਉੱਪਰ ਕੋਈ ਦੂਸਰਾ ਬੰਦਾ ਪੈਸਾ ਕਿਉਂ ਲਗਾਊਗਾ? ਤੁਹਾਨੂੰ ਪਤਾ ਹੈ, ਜੇ ਦੇਖੋ ਅੱਜ ਦੇ ਟਾਈਮ 'ਚ ਕੋਈ ਬੇਵਕੂਫ ਨਹੀਂ ਹੈਗਾ। ਜਿਹੜਾ ਬੱਚਾ ਅਪਲਾਈ ਕਰ ਰਿਹਾ, ਜਿਹਨੇ IELTS ਕੀਤੀ ਹੈ, PT ਕੀਤੀ ਹੈ, ਉਹ ਅੱਧਾ ਏਜੰਟ ਖੁਦ ਬਣਿਆ ਹੋਇਆ। ਉਹਨੂੰ ਪਤਾ ਹੈ ਕਿ ਮੈਂ ਐਲੀਜੀਬਲ ਹੈਗਾ ਕਿ ਨਹੀਂ ਹੈਗਾ। ਜੇ ਤਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਕੰਟਰੀ ਵਾਸਤੇ ਐਲੀਜੀਬਲ ਹੈਗਾ, ਤੇ ਤਾਂ ਫਿਰ ਤੁਹਾਨੂੰ ਪੈਕੇਜ ਕਰਨ ਦੀ ਲੋੜ ਹੀ ਨਹੀਂ। ਫੀਸ ਹੈ ਖੁਦ ਪੇ ਕਰੋ, ਐਮਬੈਸੀ ਫੀਸ ਕਾਰ ਤੋਂ ਕਟਾਓ। ਏਜੰਟ ਨੂੰ ਪੁੱਛੋ ਜੀ ਦੱਸੋ ਤੁਸੀਂ ਕੀ ਲੈਣਾ, 10,000 ਲੈਣਾ, 20,000 ਲੈਣਾ, 30,000 ਲੈਣੇ। ਕੋਈ ਲੱਖਾਂ ਰੁਪਈਆ ਏਜੰਟ ਨੂੰ ਦੇਣ ਦੀ ਲੋੜ ਨਹੀਂ ਹੈਗੀ ਜੋ ਆਪਾਂ ਦਿੰਦੇ ਹਾਂ। ਦੂਸਰੀ ਚੀਜ਼, ਜਿਹੜੀ ਚੀਜ਼ 'ਚ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਮੈਂ ਇਸ ਕੰਟਰੀ ਵਾਸਤੇ ਐਲੀਜੀਬਲ ਨਹੀਂ ਹੈਗਾ, ਠੀਕ ਹੈ ਨਾ, ਤੇ ਏਜੰਟ ਤੁਹਾਨੂੰ ਕਹਿ ਰਿਹਾ ਜੀ ਮੈਂ ਕਰਵਾ ਦਾਂਗਾ, ਪੈਕੇਜ ਕਰ ਲਾਂਗਾ, ਇਟ ਮੀਨ ਉਹਨੇ ਕੁਛ ਨਾ ਕੁਛ ਤੁਹਾਡੇ ਨਾਲ ਟੈਂਪਰਿੰਗ ਕਰਨੀ ਹੈ। ਤੇ ਤੁਸੀਂ ਆਪਣਾ ਪ੍ਰੋਫਾਈਲ, ਆਪਣੀ ਫਿਊਚਰ ਕਿਸੇ ਨੂੰ ਟੈਂਪਰਿੰਗ ਕਰਨ ਵਾਸਤੇ ਕਿਉਂ ਦੇ ਰਹੇ ਹੋ ਕਿ ਤੁਹਾਡੇ ਉੱਪਰ ਜੂਆ ਖੇਲ ਸਕੇ? ਤੇ ਇਹ ਚੀਜ਼ ਗਲਤ ਹੈ ਤੇ ਇਹਨੂੰ ਪ੍ਰੈਫਰ ਮੈਂ ਨਹੀਂ ਕਰਾਂਗਾ। ਬਿਲਕੁਲ ਜੀ, ਬਿਲਕੁਲ। ਸੋ ਕਾਲਸ ਵੀ ਆ ਰਹੀਆਂ ਨੇ, ਆਪਾਂ ਕਾਲਰ ਲੈਣੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? हाँ जी, मैं सागर बात करूँ। हाँ जी सागर बोलो। हाँ जी सर, मेरे को ना यूरोपियन कंट्री के लिए पूछना था। यूरोपियन कित्थों दे रहने वाले सागर तुसी? मैं करनाल से। करनाल ते, ठीक है। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ?
मेरी क्वालिफिकेशन है, मैंने 12th करी थी 2019 में। ओके, ठीक है, उसके बाद मैंने बीकॉम करी है, लेकिन वो भी कंप्लीट नहीं हुई है, फाइनल सेमेस्टर रहता है। ਤੇ ਕੋਈ ਯੂਰਪ ਦੇ ਵਿੱਚ ਕੋਈ ਤੁਹਾਡੀ ਡੈਸਟੀਨੇਸ਼ਨ ਹੈ ਕਿਹੜੀ ਕੰਟਰੀ 'ਚ ਜਾਣਾ ਹੈ? शेनेगन कंट्री, फ्रांस वगैरह हो जाए। ਫਰਾਂਸ ਦੇ ਵਿੱਚ ਤੁਸੀਂ ਡਾਇਰੈਕਟ ਵੀ ਅਪਲਾਈ ਕਰ ਸਕਦੇ ਹੋ ਕਿਉਂਕਿ ਤੁਸੀਂ 29 ਪਾਸ ਆਊਟ ਹੋ ਤੇ ਕਾਲਜ ਦੇ ਪੈਰਿਸ ਹੈਗਾ ਜਿੰਦੇ 'ਚ ਤੁਹਾਡਾ ਐਡਮਿਸ਼ਨ ਹੋ ਜਾਊਗਾ। ਇਹ ਪੈਰਿਸ ਦੇ ਵਿੱਚ ਕਾਲਜ ਹੈਗਾ ਹੈ। ਜੇ ਤਾਂ ਤੁਸੀਂ 7-8 ਲੱਖ ਰੁਪਏ ਲਗਾ ਸਕਦੇ ਹੋ। ਜੇ ਤੁਹਾਡਾ ਬਜਟ ਘੱਟ ਹੈ ਤੇ ਤੁਹਾਨੂੰ ਇਹ ਹੈ ਕਿ ਮੈਂ ਜਲਦੀ ਜਾਣਾ ਹੈ ਤੇ ਫਿਰ ਤੁਸੀਂ ਥਰੂ ਐਲਬੇਨੀਆ ਵੀ ਜਾ ਸਕਦੇ ਹੋ ਜਿੰਦੇ 6 ਮੰਥ ਦੀ ਤੁਹਾਡੀ ਸਟੱਡੀ ਰਹੂਗੀ ਤੇ ਉਸ ਤੋਂ ਬਾਅਦ 6 ਮੰਥ ਦੀ ਤੁਹਾਡੀ ਇੰਟਰਨਸ਼ਿਪ ਰਹੂਗੀ। ਤੇ ਐਲਬੇਨੀਆ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਇਟਸ ਅਰਾਊਂਡ 1 to 2 ਮੰਥ, 2 ਮਹੀਨੇ ਦੇ ਵਿੱਚ ਵੀਜ਼ਾ ਆ ਜਾਂਦਾ ਹੈ ਤੇ ਪੇਮੈਂਟ ਆਲਮੋਸਟ ਸਾਰੀ ਤੁਹਾਡੀ ਇਹਦੇ 'ਚ ਵੀਜ਼ਾ ਲੱਗਣ ਤੋਂ ਬਾਅਦ ਹੀ ਹੋਏਗੀ। कितनी बाकी पेमेंट अल्बेनिया की? ਔਰ ਡਿਪੈਂਡ ਹੈ ਜੀ ਟਿਊਸ਼ਨ ਦੇ ਉੱਪਰ, ਫੀਸ ਦੇ ਉੱਪਰ, ਕਿਉਂਕਿ ਕਾਲਜ ਤੋਂ ਕਾਲਜ ਵੈਰੀ ਕਰਦਾ ਹੈ। ਇਹ 5 ਤੋਂ 6 ਲੱਖ ਦੇ ਵਿੱਚ ਟੋਟਲ ਖਰਚਾ ਆਉਂਦਾ ਹੈ। ਬਾਕੀ ਇੱਕ ਵਾਰੀ ਤੁਸੀਂ ਡਾਕੂਮੈਂਟ ਇਹ ਨੀਚੇ ਨੰਬਰ ਚੱਲ ਰਿਹਾ ਉਹਨਾਂ ਦੇ WhatsApp ਕਰ ਦਿਓ, ਤੁਹਾਨੂੰ ਟੀਮ ਆਪਣੇ ਆਪ ਇਹਦੀ ਅਸੈਸਮੈਂਟ ਕਰਕੇ ਤੁਹਾਨੂੰ ਰਿਵਰਟ ਕਰ ਦੇਗੀ। ठीक है, ठीक है। ਜੀ ਅੱਛਾ, ਇੱਕ ਹੋਰ ਸਵਾਲ, ਜਦੋਂ ਸ਼ੈਨਗਨ ਵੀਜ਼ਾ ਯੂਰਪ ਸਪੈਸ਼ਲੀ ਬਿਲਕੁਲ। ਜਾਣਾ ਹੁੰਦਾ ਨਾ, ਕਿਹਾ ਜਾਂਦਾ ਕਿ ਸ਼ੈਨਗਨ ਵੀਜ਼ਾ ਮਿਲ ਜਾਂਦਾ 25-26 ਕੰਟਰੀਜ਼ ਤੁਸੀਂ ਘੁੰਮ ਫਿਰ ਸਕਦੇ ਹੋ। ਇਹ ਬੇਸਿਕਲੀ ਇਟਸ ਨਾਟ ਅ ਸ਼ੈਨਗਨ ਵੀਜ਼ਾ, ਇਟਸ ਅ ਸੀ ਟਾਈਪ ਵੀਜ਼ਾ। ਓਕੇ। ਯੂਰਪ ਦੇ ਵਿੱਚ 2 ਵੀਜ਼ਾ ਹੁੰਦੇ ਨੇ ਕੈਟਾਗਰੀ 'ਚ, ਇੱਕ ਹੁੰਦਾ ਸੀ ਵੀਜ਼ਾ ਹੁੰਦਾ, ਇੱਕ ਹੁੰਦਾ ਡੀ ਵੀਜ਼ਾ। ਸੀ ਵੀਜ਼ਾ ਇਟਸ ਅ ਟੂਰਿਸਟ ਵੀਜ਼ਾ ਓਨਲੀ। ਇਹ ਕੋਈ ਸਟੱਡੀ ਵਰਕ ਦੇ ਜਾਂ ਫਿਰ ਕੋਈ ਤੁਹਾਡੀ TRC ਕਾਰਡ ਨਹੀਂ ਹੈਗਾ। ਇੱਕ ਟੂਰਿਸਟ ਵੀਜ਼ਾ ਹੈ ਜੋ ਤੁਹਾਨੂੰ 2 ਤੋਂ 3 ਮਹੀਨੇ ਵਾਸਤੇ ਮਿਲਦਾ ਹੈ। ਹੁਣ ਉਹੀ ਗੱਲ ਹੈ ਨਾ, ਇੱਕ ਸ਼ੈਨਗਨ ਇੱਕ ਟੀਟਰੀ ਹੈ, ਉਹਨਾਂ ਦੇ ਇੱਕ ਆਪਸ ਸਾਈਨ ਕੀ ਹੋਇਆ ਹੋਇਆ ਹੈ ਕਿ ਜਿਹੜਾ ਇੱਕ ਕੰਟਰੀ 'ਚ ਘੁੰਮਣ ਆਇਆ ਉਹ ਦੂਸਰੀ ਕੰਟਰੀ ਘੁੰਮ ਸਕਦਾ ਹੈ। ਮਤਲਬ ਕਿ ਜੇ ਤੁਸੀਂ ਗਏ ਹੋ, ਹੁਣ ਆਪਾਂ ਕਹਿੰਦੇ ਆ ਵੀ ਹਾਂ ਪੜ੍ਹਾਈ ਕਰਕੇ ਇੱਕ ਕੰਟਰੀ ਦੂਸਰੀ ਕੰਟਰੀ ਜਾ ਸਕਦੇ, ਉਹ ਨਹੀਂ ਜਾ ਸਕਦੇ ਕਿਉਂਕਿ ਉਹ ਡੀ ਵੀਜ਼ਾ ਦੇ ਵਿੱਚ ਹੋਏਗਾ। ਉਹਦੇ 'ਚ ਤੁਹਾਨੂੰ ਕਾਲਜ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਸੀ ਵੀਜ਼ਾ 'ਚ ਤੁਹਾਨੂੰ ਵਾਪਸ ਆਉਣਾ ਹੀ ਪੈਂਦਾ ਹੈ ਜੇ ਤੁਸੀਂ ਉੱਥੇ ਰਹਿੰਦੇ ਹੋ ਤੇ ਤੁਸੀਂ ਇਲੀਗਲ ਵੇ ਤੇ ਰਹਿੰਦੇ ਹੋ। ਓਕੇ, ਠੀਕ ਹੈ ਜੀ। ਨੈਕਸਟ ਕਾਲਰ ਕਾਲਰ ਲੈਂਦੇ ਆ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਸੋਨੀਆ ਬਾਤ ਕਰ ਰਹੀ हूँ। ਹਾਂਜੀ ਸੋਨੀਆ, ਕਿੱਥੋਂ ਗੱਲ ਕਰ ਰਹੇ ਹੋ? ਕੀ ਪੁੱਛਣਾ ਚਾਹੁੰਦੇ ਹੋ? मैं सोनीपत से बात कर रही हूँ। ਹਾਂਜੀ ਹਾਂਜੀ ਪੁੱਛੋ। हाँ जी मैम, मैंने यूरोप कंट्री के लिए अप्लाई करवाना है। ਉਹ ਵੈਰੀ ਗੁੱਡ, ਸ਼ੁਕਰ ਹੈ ਬੱਚਿਆਂ ਦਾ ਵੀ ਇੱਧਰ ਧਿਆਨ ਪਿਆ ਕੀ- ਹੈ। ਪ੍ਰੋਫਾਈਲ ਕੀ ਹੈ ਸੋਨੀਆ ਤੁਹਾਡੀ? सर मैंने +2 की है 2020 में। ਉਹ ਦੈਟਸ ਟੂ ਗੁੱਡ। 2020 ਚ ਤੁਸੀਂ +2 ਕੀਤੀ ਹੈ ਤੇ ਕੋਈ IELTS ਔਰ PT ਕੀਤੇ ਤੁਸੀਂ ਕੁਛ? नहीं सर, विदाउट आइल्स देख रहे हैं। ਓਕੇ, ਦੇਖੋ ਸੋਨੀਆ, ਤੁਸੀਂ 2020 ਚ +2 ਕੀਤੀ ਹੈ ਤੇ ਤੁਹਾਡੇ ਵਾਸਤੇ ਕਾਫੀ ਅੱਛੇ ਆਪਸ਼ਨ ਹੈ। ਜ਼ਰੂਰੀ ਤੁਹਾਡੇ ਵਾਸਤੇ ਆਪਾਂ ਲਾਟਵੀਆ ਲਿਥੁਆਨੀਆ ਦੇ ਆਪਸ਼ਨ ਹੀ ਨਹੀਂ ਗੱਲ ਕਰਤੇ। ਤੁਹਾਡੇ ਪ੍ਰੋਫਾਈਲ ਵਿੱਚ ਤੁਸੀਂ ਜਰਮਨ ਵੀ ਜਾ ਸਕਦੇ ਹੋ ਕਿਉਂਕਿ ਜਰਮਨ ਨੂੰ ਅੱਜ ਆਪਾਂ ਕਾਊਂਟ ਕਰਦੇ ਹਾਂ, ਤੁਹਾਨੂੰ ਇੱਕ ਆਪਾਂ USA ਦੇ ਲੈਵਲ ਦੀ ਕੰਟਰੀ ਕਾਊਂਟ ਕਰਦੇ ਹਾਂ। ਤੁਹਾਡੇ ਵਾਸਤੇ ਕਾਫੀ ਆਪਸ਼ਨਸ ਹੈ, ਤੁਸੀਂ ਜਰਮਨ ਅਪਲਾਈ ਕਰ ਸਕਦੇ ਹੋ, ਲਾਟਵੀਆ ਲਿਥੁਆਨੀਆ, ਚੈਕ ਰਿਪਬਲਿਕ ਤੇ ਇਹ ਹੈ ਹੀ ਹੈ। ਤੇ ਕਾਲਜ ਦੇ ਪੈਰਿਸ ਹੈਗਾ, ਪੈਰਿਸ ਦੇ ਵਿੱਚ ਫਰਾਂਸ ਵਿੱਚ, ਤੁਸੀਂ ਉੱਥੇ ਵੀ ਡਾਇਰੈਕਟ ਅਪਲਾਈ ਕਰ ਸਕਦੇ ਹੋ। ਤੇ ਕੋਈ ਤੁਹਾਡੇ ਪੇਰੈਂਟਸ ਕੀ ਕਰਦੇ ਆ? सर पापा प्राइवेट जॉब करते हैं। ਓਕੇ, मदर हाउसवाइफ है। ਕੋਈ ਬਜਟ ਹੈ ਤੁਹਾਡਾ ਵੀ ਹਾਂ ਮੈਨੂੰ ਕਿਉਂਕਿ ਜੇ ਆਪਾਂ ਜਰਮਨ ਦੀ ਗੱਲ ਕਰਾਂਗੇ ਤੇ ਆਪਣਾ 18-20 ਲੱਖ ਰੁਪਏ ਲੱਗ ਜਾਂਦਾ ਹੈ ਕਿਉਂਕਿ ਇਹਦੇ 'ਚ ਬਲੌਕ ਅਕਾਊਂਟ ਵੀ 10 ਲੱਖ ਰੁਪਏ ਦਾ। ਵੀ ਕਿੰਨਾ ਕੁ ਤੁਸੀਂ ਮਤਲਬ ਆਪਣੇ ਉੱਪਰ ਖਰਚਾ ਕਰ ਸਕਦੇ ਹੋ ਕਿਉਂਕਿ ਇਹਦੇ 'ਚ ਇਹ ਮੈਟਰ ਕਰਦਾ ਕੰਟਰੀ ਟੂ 7 ਕੰਟਰੀ। लाख तक। 7 ਲੱਖ ਓਕੇ, 7 ਲੱਖ ਤੱਕ ਤਾਂ ਕਾਫੀ ਅੱਛੀ ਆਪਸ਼ਨ ਹੈ। ਤੁਸੀਂ ਲਾਟਵੀਆ ਜਾ ਸਕਦੇ ਹੋ, ਉਹਦੇ 'ਚ ਰੀਗਾ ਯੂਨੀਵਰਸਿਟੀ ਹੈ, ਟੋਰੀਬਾ ਯੂਨੀਵਰਸਿਟੀ ਹੈ, ਜਿਹੜੇ ਕਿ ਵਰਲਡ ਲੈਵਲ ਦੀ ਯੂਨੀਵਰਸਿਟੀਜ਼ ਨੇ, ਉਹਨਾਂ 'ਚ ਅਪਲਾਈ ਕਰ ਸਕਦੇ ਹੋ। ਉਹਦੇ 'ਚ ਤੁਹਾਡਾ ਖਰਚਾ ਅਰਾਊਂਡ 4-4.5 ਲੱਖ ਦੇ ਆਸ-ਪਾਸ ਆ ਜਾਂਦਾ ਹੈ। ਉਸ ਤੋਂ ਬਾਅਦ ਜੇ ਤੁਸੀਂ ਫਰਾਂਸ ਜਾਂਦੇ ਹੋ ਤੇ ਫਰਾਂਸ ਦਾ ਹੈ ਅਰਾਊਂਡ 7 to 8 ਲੱਖ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੈਰਿਸ ਕੋਸਟਲੀ ਹੈ ਕਿਉਂਕਿ ਉਹ ਕਾਫੀ ਫੇਮਸ ਸਿਟੀ ਹੈ। ਨਾਲ ਜੇ ਤੁਸੀਂ ਤੁਹਾਨੂੰ ਇਹ ਹੈ ਕਿ ਮੈਂ ਪਹੁੰਚਣਾ ਫਰਾਂਸ ਹੀ ਹੈ ਬਟ ਘੱਟ ਖਰਚੇ 'ਚ ਜਾਵਾਂ ਤੇ ਉਹੀ ਚੀਜ਼ ਹੈ ਜੋ ਅਲਬੇਨੀਆ ਥਰੂ ਫਰਾਂਸ ਹੈ ਉਹ ਕਰ ਸਕਦੇ ਹੋ। 6 ਮੰਥ ਸਟੱਡੀ ਅਲਬੇਨੀਆ 'ਚ ਤੇ ਉਸ ਤੋਂ ਬਾਅਦ ਇੰਟਰਨਸ਼ਿਪ ਫਰਾਂਸ ਵਿੱਚ ਹੈ ਤੇ ਤੁਸੀਂ ਇਹ ਪ੍ਰੋਗਰਾਮ 'ਚ ਅਪਲਾਈ ਕਰ ਸਕਦੇ ਹੋ। ਹਾਂ, ਜੇ ਤੁਹਾਡਾ ਮਾਈਂਡ ਇਹ ਹੈ ਵੀ ਕਿ ਮੈਂ ਯੂਰੋਪੀਅਨ 'ਚ ਜਾਣਾ, ਸ਼ੈਨਗਨ ਮੈਟਰ ਨਹੀਂ ਕਰਦਾ ਤੇ ਸਾਈਪਰਸ ਤੁਹਾਡੇ ਵਾਸਤੇ ਹੋਰ ਵੀ ਬੈਟਰ ਆਪਸ਼ਨ ਹੋਊਗਾ। ਜੀ, ਸੋ ਆਈ ਹੋਪ ਸੋਨੀਆ ਤੁਸੀਂ ਜਵਾਬ ਮਿਲ ਗਿਆ ਹੋਵੇਗਾ। ਤੁਸੀਂ ਆਪਣੇ ਡਾਕੂਮੈਂਟ ਜਿਹੜੇ ਨੇ WhatsApp ਕਰ ਦੇਣ। ਸ਼ੋਰ WhatsApp ਕਰ ਸਕਦੇ, ਤੁਹਾਨੂੰ ਵਿਦਨ ਆਵਰ ਰਿਵਰਟ ਆ ਜਾਊਗਾ ਕਿਉਂਕਿ ਅਸੈਸਮੈਂਟ ਕਰਨ 'ਚ ਅੱਧਾ ਪੌਣਾ ਘੰਟਾ ਤਾਂ ਲੱਗਦਾ ਹੀ ਲੱਗਦਾ। ਬਿਲਕੁਲ ਬਿਲਕੁਲ। ਅੱਛਾ, ਇੱਕ ਗੱਲ ਹੋਰ ਕਿ ਬੱਚਾ ਹੁਣ ਇੱਕ ਤਾਂ ਫਰਾਂਸ ਔਰ ਅਲਬੇਨੀਆ ਦੀ ਗੱਲ ਹੋ ਗਈ, 6 ਮੰਥ ਆਪਾਂ ਕੋਰਸ ਕਰਕੇ 6 ਮਹੀਨੇ ਬਾਅਦ 'ਚ ਟ੍ਰੇਨਿੰਗ ਹੋ ਗਈ। ਉਸ ਤੋਂ ਇਲਾਵਾ ਜੇ ਮੈਂ ਬਾਕੀ ਕੰਟਰੀਆਂ ਦੀ ਗੱਲ ਕਰਾਂ ਉੱਥੇ ਵੀ ਇਹ ਪ੍ਰੋਸੈਸ ਹੈ ਜਾਂ ਫਿਰ ਉੱਥੇ 1 ਸਾਲ 2 ਸਾਲ ਦਾ ਕੋਰਸ ਹੈ? ਇਹ ਸਿਰਫ ਜਿਹੜਾ ਆਪਾਂ ਇਹ ਗੱਲ ਕਰ ਰਹੇ ਹਾਂ ਨਾ ਇੱਕ ਇੰਟਰਨਸ਼ਿਪ ਪ੍ਰੋਗਰਾਮ ਵਾਲਾ, ਇਹ ਅਲਬੇਨੀਅਨ ਫਰਾਂਸ ਦੇ ਨਾਲ ਹੀ ਅਟੈਚ ਹੈ, ਹੋਰ ਕਿਸੇ ਕੰਟਰੀ 'ਚ ਅਟੈਚ ਨਹੀਂ ਹੈ। ਹੁਣ ਉਸ ਤੋਂ ਇਲਾਵਾ ਆਪਾਂ ਕਿਸੇ ਵੀ ਕੰਟਰੀ 'ਚ ਜਾਣਾ ਹੈ ਤੇ ਆਪਾਂ ਉਸੇ ਸਪੈਸੀਫਿਕ ਉਸੇ ਕੰਟਰੀ ਵਾਸਤੇ ਰਵਾਂਗੇ। ਜਸਟ ਲਾਈਕ ਜੇ ਆਪਾਂ ਲਾਟਵੀਆ ਜਾਣਾ ਹੈ ਤੇ ਆਪਾਂ ਲਾਟਵੀਆ ਹੀ ਰਵਾਂਗੇ, ਆਪਾਂ ਜਰਮਨ ਜਾਵਾਂਗੇ ਤੇ ਜਰਮਨ ਰਵਾਂਗੇ, ਜੇ ਆਪਾਂ ਸਿੱਧਾ ਫਰਾਂਸ ਵਿੱਚ ਜਾਂਦੇ ਹਾਂ ਫਰਾਂਸ ਹੀ ਰਵਾਂਗੇ। ਈਵਨ ਕਾਫੀ ਹੁਣ ਓਪਨ ਹੋਇਆ ਹੋਇਆ, ਮਾਲਟਾ ਵੀ ਓਪਨ ਹੋਇਆ, ਮਾਲਟਾ ਇਟਸ ਸ਼ੈਨਗਨ ਕੰਟਰੀ, ਉੱਥੇ ਜਾਣਾ ਤੇ ਉੱਥੇ ਹੀ ਰਹਿਣਾ ਪੈਣਾ ਕਿਉਂਕਿ ਉਹ ਤੁਹਾਡਾ ਵੀਜ਼ਾ ਡੀ ਵੀਜ਼ਾ ਹੈ।
ਜੀ ਇਟਸ ਅ ਡੋਮੈਸਟਿਕ ਵੀਜ਼ਾ, ਤੇ ਉੱਥੇ ਆਪਾਂ ਨੂੰ ਰਹਿਣਾ ਹੀ ਪੈਣਾ। ਜੇ ਆਪਾਂ ਕਿਸੇ ਦੂਸਰੀ ਕੰਟਰੀ 'ਚ ਜਾਣਾ ਹੈ ਤੇ ਆਪਾਂ ਨੂੰ ਕਾਲਜ ਦੀ ਤਰਫ ਤੋਂ NOC ਚਾਹੀਦੀ ਹੈ, ਨੋ ਆਬਜੈਕਸ਼ਨ ਸਰਟੀਫਿਕੇਟ, ਕਿ ਇਹ ਬੱਚਾ ਦੂਸਰੀ ਜਗ੍ਹਾ ਜਾ ਸਕਦਾ ਤੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ। ਓਕੇ, ਤੇ ਇੱਥੇ ਇਹ ਵਾਲੀਆਂ ਜਗ੍ਹਾ ਤੇ ਕਿੰਨੇ ਕੁ ਈਅਰ ਦਾ ਕੋਰਸ ਬੱਚਿਆਂ ਨੂੰ ਮਿਲ ਜਾਂਦਾ ਹੈਗਾ? ਡਿਪੈਂਡ ਹੈ, ਤੁਸੀਂ ਡਿਪਲੋਮਾ ਲੈ ਰਹੇ ਹੋ, ਡਿਗਰੀ ਲੈ ਰਹੇ ਹੋ, ਮਿਨੀਮਮ 1 ਸਾਲ ਦਾ ਡਿਪਲੋਮਾ ਹੈ ਤੇ 3 ਸਾਲ ਦੀ ਡਿਗਰੀ ਵੀ ਹੈ। ਡਿਗਰੀ ਵੀ ਹੈਗੀ। ਔਰ ਡਿਪੈਂਡ ਹੈ ਤੁਹਾਡੇ ਪ੍ਰੋਫਾਈਲ ਦੇ ਉੱਪਰ ਕਿ ਤੁਸੀਂ ਤੁਹਾਡਾ ਪ੍ਰੋਫਾਈਲ ਕੀ ਹੈ ਤੇ ਕਿ ਤੁਸੀਂ ਕੀ ਚਾਹੁੰਦੇ ਹੋ। ਇਹਦੇ 'ਚ ਬੈਸਟ ਇਹੀ ਹੈ ਕਿ ਤੁਸੀਂ 1 ਸਾਲ ਦਾ ਡਿਪਲੋਮਾ ਲਓ, ਉਹਦੇ 'ਚ ਵੀਜ਼ੇ 'ਚ ਲੈਣ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ। ਜੀ, ਸੋ ਅਗਲੇ ਕਾਲਰ ਲੈਣੇ ਆ। ਸ਼ੋਰ। ਹੈਲੋ 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 ਜੀ, ਤੁਹਾਡੀ ਆਵਾਜ਼। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੌਣ ਗੱਲ ਕਰ ਰਹੇ ਹੋ ਜੀ ਤੇ ਕੀ ਪੁੱਛਣਾ ਚਾਹੁੰਦੇ ਹੋ? ਮੈਂ ਸਮਰਜੀਤ ਬਾਤ ਕਰ ਰਹੀ ਹੂੰ ਜੀ। ਹਾਂਜੀ ਸਮਰ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਕੀ ਹੈ ਤੁਹਾਡਾ? ਮੈਮ ਮੈਂ ਆਈਲੈਟਸ ਕੀਤੀ ਹੋਈ ਹੈ 6.5 5.5 ਬੈਂਡ ਮੇਰੇ 6.5 ਨੋਟ ਲੈਸ ਦੈਨ 5.5 2019 ਵਿੱਚ। BA 2019 ਉਸ ਤੋਂ ਬਾਅਦ ਕੀਤਾ BA ਤੋਂ ਬਾਅਦ? ਹਾਂਜੀ ਹਾਂਜੀ ਸਰ, BA ਤੋਂ ਬਾਅਦ ਮੈਂ ਫਿਲਹਾਲ ਅੱਗੇ ਕੁਝ ਨਹੀਂ ਕੀਤਾ, ਹਾਲੇ ਆਈਲੈਟਸ ਕੀਤੀ ਹੈ। ਆਰ ਯੂ ਮੈਰਿਡ ਔਰ ਸਿੰਗਲ? ਸਿੰਗਲ ਸਰ। ਓਕੇ, ਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਸਰ ਮੈਨੂੰ ਯੂਰੋਪੀਅਨ ਕੰਟਰੀ ਵਾਸਤੇ ਮੈਂ ਪੁੱਛਦੀ ਸੀਗੀ ਕਿ ਮੈਨੂੰ ਕੀ ਮਤਲਬ ਹੈ ਨਾ, ਸਟੱਡੀ ਬੇਸ ਤੇ ਪੁੱਛਦੀ ਸੀਗੀ। ਨਹੀਂ ਯੂਰੋਪੀਅਨ ਕੰਟਰੀ ਵਿੱਚ ਕੋਈ, ਦੇਖੋ ਤੁਸੀਂ ਆਇਲਸ ਕੀਤੀ ਹੋਈ ਹੈ, ਤੁਹਾਡਾ ਪ੍ਰੋਫਾਈਲ ਤਾਂ ਵੈਸੇ ਨਿਊਜ਼ੀਲੈਂਡ ਵਾਸਤੇ ਵੀ ਐਲੀਜੀਬਲ ਹੈ ਕਿਉਂਕਿ 29 ਪਾਸ ਆਊਟ ਗ੍ਰੈਜੂਏਸ਼ਨ ਨਿਊਜ਼ੀਲੈਂਡ ਐਕਸੈਪਟ ਕਰ ਲੈਂਦਾ ਹੈ, ਠੀਕ ਹੈ ਜੀ। ਬਟ ਜੇ ਤੁਸੀਂ ਯੂਰੋਪੀਅਨ 'ਚ ਜਾਣਾ ਚਾਹੁੰਦੇ ਹੋ, ਤੁਹਾਡਾ ਮਾਈਂਡ ਹੈ, ਤੇ ਤੁਸੀਂ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਉਹੀ ਚੀਜ਼ ਹੈ ਜੋ ਮੈਂ ਲਾਸਟ ਬੱਚੇ ਨਾਲ ਡਿਸਕਸ ਕੀਤਾ ਸੀ, ਪ੍ਰੋਫਾਈਲ ਅੱਛਾ ਸੀ ਉਹਦੇ +2 ਵਾਲੇ ਦਾ, ਉਹੀ ਆਪਸ਼ਨ ਤੁਹਾਨੂੰ ਮਿਲਣਗੇ। ਤੁਸੀਂ ਯੂਨੀਵਰਸਿਟੀ ਹੈਗੀ ਹੈ ਜਰਮਨ ਦੇ ਵਿੱਚ, ਯੂਨੀਵਰਸਿਟੀ ਆਫ ਅਪਲਾਈਡ ਸਾਇੰਸ, ਉੱਥੇ ਮਾਸਟਰ 'ਚ ਅਪਲਾਈ ਕਰ ਸਕਦੇ ਹੋ। ਰੀਗਾ ਐਂਡ ਟੋਰੀਬਾ ਯੂਨੀਵਰਸਿਟੀ ਹੈ ਲਾਟਵੀਆ ਵਿੱਚ, ਉੱਥੇ ਅਪਲਾਈ ਕਰ ਸਕਦੇ ਹੋ। ਚੈਕ ਰਿਪਬਲਿਕ ਦੇ ਵਿੱਚ ਹੈਗਾ ਕਾਲਜ, ਉੱਥੇ ਅਪਲਾਈ ਕਰ ਸਕਦੇ ਹੋ। ਫਰਾਂਸ ਆਪਸ਼ਨ ਹੈ ਹੀ ਹੈ ਮਾਸਟਰ ਵਾਸਤੇ। ਦੈਟਸ ਡਿਪੈਂਡ ਕਿ ਤੁਸੀਂ ਕੀ ਚਾਹੁੰਦੇ ਹੋ, ਬਹੁਤ ਮੈਟਰ ਕਰਦਾ ਹੈ ਕਿ ਤੁਹਾਡੀ ਡ੍ਰੀਮ ਡੈਸਟੀਨੇਸ਼ਨ ਕੀ ਹੈ, ਤੁਸੀਂ ਕਿਉਂ ਯੂਰੋਪੀਅਨ ਚੂਜ਼ ਕੀਤਾ ਹੈ। ਤੇ ਤੁਸੀਂ ਇੱਕ ਵਾਰੀ ਆਪਣਾ ਡਿਟੇਲ ਸ਼ੇਅਰ ਕਰੋ, ਤੇ ਬਾਕੀ ਤੁਸੀਂ ਤੁਹਾਡੇ ਮਾਈਂਡ 'ਚ ਹੈ ਕੀ ਹੈ ਵੀ ਤੁਸੀਂ ਯੂਰੋਪੀਅਨ 'ਚ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ? ਆਵਾਜ਼ ਆ ਰਹੀ ਹੈ ਸਮਰ? ਹਾਂਜੀ ਹਾਂਜੀ ਬਿਲਕੁਲ ਸਰ। ਹਾਂਜੀ। ਤੇ ਸਰ ਲਾਟਵੀਆ ਵਾਸਤੇ ਸਰ ਕਿਸ ਤਰ੍ਹਾਂ ਹੈਗਾ ਆ? ਲਾਟਵੀਆ ਦੇ ਵਿੱਚ ਦੇਖੋ ਸਿਮਰ, ਹੁਣ ਫੈਬ ਇਨਟੇਕ ਕਲੋਜ਼ ਹੋ ਚੁੱਕਿਆ ਹੈ, ਤੇ ਫੈਬ ਇਨਟੇਕ ਤੋਂ ਬਾਅਦ ਸਿੱਧਾ ਇਨਟੇਕ ਸੈਪਟੰਬਰ ਇਨਟੇਕ ਹੈ। ਸੈਪਟੰਬਰ ਇਨਟੇਕ 'ਚ ਤੁਸੀਂ ਮਾਸਟਰ ਲੈ ਸਕਦੇ ਹੋ, MBA ਤੁਹਾਨੂੰ ਪ੍ਰੋਵਾਈਡ ਹੋ ਜਾਊਗੀ। 2 ਯੂਨੀਵਰਸਿਟੀਆਂ ਜਿਹੜੀਆਂ ਤੁਹਾਨੂੰ ਐਕਸੈਪਟ ਕਰਨਗੀਆਂ, ਉਹ ਟੋਰੀਬਾ ਐਂਡ ਰੀਗਾ ਯੂਨੀਵਰਸਿਟੀ। ਬੈਸਟ ਯੂਨੀਵਰਸਿਟੀਆਂ ਉੱਥੋਂ ਦੀਆਂ, ਟੌਪ ਲੈਵਲ ਦੀ ਯੂਨੀਵਰਸਿਟੀਜ਼ ਨੇ, ਉਹਦੇ 'ਚ ਜਾ ਸਕਦੇ ਹੋ। ਤੇ ਟਿਊਸ਼ਨ ਫੀਸ ਰਹੇਗੀ ਅਰਾਊਂਡ ਤੁਹਾਡੀ 3500 ਯੂਰੋ ਟੂ 4500 ਯੂਰੋ ਓਨਲੀ। ਹਾਂਜੀ, ਬਾਕੀ ਤੁਸੀਂ ਆਪਣੇ ਡਾਕੂਮੈਂਟ ਸ਼ੇਅਰ ਕਰ ਦਿਓ, ਤੁਹਾਨੂੰ ਬਾਕੀ ਅਸੈਸਮੈਂਟ ਤੁਹਾਨੂੰ ਤੁਹਾਡੇ WhatsApp ਤੇ ਆ ਜਾਊਗੀ। ਬਿਲਕੁਲ ਜੀ ਬਿਲਕੁਲ। ਅੱਛਾ, ਆਪਾਂ ਗੱਲ ਕਰ ਰਹੇ ਸੀ ਇਹਨਾਂ ਕੰਟਰੀਜ਼ ਦੀ। ਇਹਨਾਂ ਕੰਟਰੀਜ਼ 'ਚ ਮੰਨ ਲਓ ਕੋਈ ਡਿਗਰੀ ਲੈ ਲਈ ਹੈ ਕੁਛ, ਉਸ ਤੋਂ ਬਾਅਦ ਉਹਨਾਂ ਨੂੰ ਫਰਾਂਸ ਔਰ ਉਹਨੂੰ ਛੱਡ ਕੇ ਇਹਨਾਂ ਕੰਟਰੀਜ਼ 'ਚ ਬਾਅਦ 'ਚ ਵਰਕ ਪਰਮਿਟ ਦੀ ਆਪਸ਼ਨ ਹੈਗੀ ਹੈ? ਬਿਲਕੁਲ ਹੈਗੀ ਹੈ, ਸਟੱਡੀ ਤੋਂ ਬਾਅਦ ਵਰਕ ਪਰਮਿਟ ਮਿਲਦਾ, ਉਹ ਤਾਂ ਇੰਟਰਨੈਸ਼ਨਲ ਰੂਲ ਹੀ ਹੈ। ਬਟ ਇੱਕ ਚੀਜ਼ ਹੈ ਨਾ, ਦੇਖੋ ਆਪਾਂ ਜਿਹੜੀ ਗੱਲ ਕਰਦੇ ਪਏ ਸਟਾਰਟਿੰਗ, ਆਪਾਂ ਗੱਲ ਕੀਤੀ ਭੇਡ ਚਾਲ ਦੀ। ਹੁਣ ਆਪਾਂ ਇਹ ਨਹੀਂ ਦੇਖਦੇ ਕਿ ਆਪਣੇ ਵਾਸਤੇ ਕੀ ਬੈਸਟ ਹੈ। ਹੁਣ ਉਹ ਚੀਜ਼ ਆਪਾਂ ਜਦੋਂ ਯੂਰਪ ਦੀ ਗੱਲ ਕਰਦੇ ਹਾਂ, ਆਪਾਂ TV 'ਚ ਦੇਖ ਰਹੇ ਹਾਂ, ਆਪਾਂ ਨੂੰ ਇਹ ਵੀ ਯਾਰ ਮੈਂ ਵੀ ਪੁੱਛ ਲਾਂ ਕਿ ਮੇਰਾ ਯੂਰਪ 'ਚ ਦਾ ਹੋ ਜੇ। ਬਟ ਮੈਨੂੰ ਇਹ ਚੀਜ਼ ਪਤਾ ਕਿ ਜਿਹੜੀ ਇਹ ਸਮਰ ਨੇ ਕਾਲ ਕੀਤੀ ਹੈ, ਇਹ ਸਿਰਫ ਇਨਫੋਰਮੇਸ਼ਨ ਵਾਸਤੇ ਕੀਤੀ ਹੈ। ਰੀਜ਼ਨ ਇਹ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਜੇ ਆਇਲਸ ਕੀਤੀ ਹੈ, ਇਟ ਮੀਨ ਇਹਨਾਂ ਦਾ ਮਾਈਂਡ ਕਿਤੇ ਹੋਰ ਹੈ, ਬਿਲਕੁਲ। ਉਹੀ ਚੀਜ਼ ਹੈ, ਭੇਡ ਚਾਲ 'ਚ ਵਾਰ-ਵਾਰ ਆਪਾਂ ਗੱਲ ਕਰਦੇ ਹਾਂ, ਨਾ ਪਾਓ। ਆਪਣੇ ਪ੍ਰੋਫਾਈਲ ਨੂੰ ਖੁਦ ਅਸੈਸ ਕਰੋ ਪਹਿਲਾਂ ਕਿ ਤੁਸੀਂ ਕਿਸ ਕੰਟਰੀ ਵਾਸਤੇ ਐਲੀਜੀਬਲ ਹੋ। 2-4 ਇਨਫੋਰਮੇਸ਼ਨ ਲੈ ਕੇ ਇਹ ਚੀਜ਼ਾਂ ਖੁਦ ਵੀ ਅਸੈਸ ਕਰਨੀਆਂ ਸਿੱਖੋ। ਦੇਖੋ ਵੀ ਇਹ ਮੇਰਾ ਪ੍ਰੋਫਾਈਲ ਹੈ, ਕਿਉਂਕਿ ਅੱਜ ਦੇ ਟਾਈਮ 'ਚ ਸਾਰੀ ਇਨਫੋਰਮੇਸ਼ਨ ਹਰ ਇੱਕ ਬੱਚੇ ਕੋਲ ਹੈ, ਗੂਗਲ ਤੇ ਤੁਸੀਂ ਹਰ ਇੱਕ ਡਿਟੇਲ ਕੱਢ ਸਕਦੇ ਹੋ। ਤੁਹਾਡਾ ਪ੍ਰੋਫਾਈਲ ਕਿਸ ਕੰਟਰੀ ਵਾਸਤੇ ਐਲੀਜੀਬਲ ਹੈ, ਪਹਿਲਾਂ ਉਹ ਕੰਟਰੀਆਂ ਨੂੰ ਕੱਢੋ, 4 ਵਾਸਤੇ 5 ਵਾਸਤੇ ਹੈ। ਫਿਰ ਤੁਸੀਂ ਉਹਨਾਂ ਨੂੰ ਫਿਲਟਰ ਕਰੋ ਕਿ ਉਸ ਕੰਟਰੀਆਂ ਦੇ ਵਿੱਚੋਂ ਬੈਸਟ ਕੰਟਰੀ ਕਿਹੜੀ ਹੈ, ਜਿਹਦੇ ਵਿੱਚ ਤੁਹਾਡਾ ਫਿਊਚਰ ਬ੍ਰਾਈਟ ਹੋ ਸਕਦਾ ਹੈ। ਕਿਉਂਕਿ ਕਹਿੰਦੇ ਨੇ ਵੀ ਇੰਜੀਨੀਅਰ ਕਿਸੇ ਕੰਟਰੀ ਵਾਸਤੇ ਅੱਛੇ ਨੇ, ਡਾਕਟਰ ਕਿਸੇ ਕੰਟਰੀ ਵਾਸਤੇ, ਕਿਉਂਕਿ ਹਰ ਇੱਕ ਕੰਟਰੀ ਕਿਸੇ ਚੀਜ਼ ਵਾਸਤੇ ਸਪੈਸ਼ਲਾਈਜ਼ ਹੈ। ਪ੍ਰੋਫਾਈਲ ਉਵੇਂ ਵੇਖ ਕੇ ਉਹਦੇ ਅਕੋਰਡਿੰਗ ਚੂਜ਼ ਕਰੋ, ਹਰ ਇੱਕ ਦੇ ਅਕੋਰਡਿੰਗ ਨਾ ਚੱਲੋ। ਬਿਲਕੁਲ ਜੀ। ਅਗਲੇ ਕਾਲਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ? ਮੈਡਮ ਜੀ, ਮੈਂ ਮਨਿੰਦਰ ਗੱਲ ਕਰ ਰਿਹਾ ਕਰਨਾਲ ਤੋਂ ਜੀ। ਹਾਂਜੀ ਮਨਿੰਦਰ ਜੀ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਨਾ ਮੈਡਮ 2017 ਚ BA ਕੀਤੀ ਸੀ जी। ਹਾਂਜੀ, यूरोप कंट्री के लिए मैं जाना चाहता हूँ मैडम, उसके बारे में थोड़ी जानकारी लेना चाहता हूँ। 2017 ਚ BA ਕੀਤੀ, ਉਸ ਤੋਂ ਬਾਅਦ ਤੁਸੀਂ ਕੀ ਕਰ ਰਹੇ ਹੋ? ਉਸ ਤੋਂ ਬਾਅਦ ਮੈਡਮ ਫ੍ਰੀ ਹੈ ਜੀ। ਫ੍ਰੀ ਹੈ। BA ਨਾਰਮਲ ਆਰਟਸ ਦੇ ਵਿੱਚ ਕੀਤੀ ਸੀਗੀ? ਹਾਂਜੀ ਹਾਂਜੀ ਆਰਟਸ। ਯੂਰਪ ਚ ਜਾਣਾ ਚਾਹੁੰਦੇ ਹੋ ਹੁਣ? ਜੀ ਮੈਡਮ। ਮੈਰਿਡ ਹੋ ਜਾਂ ਸਿੰਗਲ ਹੋ ਮਨਿੰਦਰ ਤੁਸੀਂ? ਮੈਂ ਸਿੰਗਲ ਹੈ ਜੀ। ਸਿੰਗਲ ਹੋ, ਓਕੇ।
ਤੇ ਦੇਖੋ ਮਨਿੰਦਰ, ਜਿਹੜਾ ਤੁਹਾਡਾ ਪ੍ਰੋਫਾਈਲ ਹੈ ਤਾਂ ਉਹੀ ਚੀਜ਼ ਆਪਾਂ ਗੱਲ ਕਰ ਰਹੇ ਹਾਂ, ਐਲਬੇਨੀਆ ਹੀ ਤੁਹਾਡੇ ਵਾਸਤੇ ਬੈਸਟ ਰਹੇਗਾ, ਕਿਉਂਕਿ 17 ਨੂੰ ਅੱਛੀ ਕੰਟਰੀਆਂ ਨਹੀਂ ਪਾਸ ਆਊਟ, ਜਿਵੇਂ ਜਰਮਨ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਲਾਟਵੀਆ ਦੀ ਗੱਲ ਕਰ ਲਈਏ ਔਰ ਸਿੱਧਾ ਫਰਾਂਸ ਦੀ ਗੱਲ ਕਰ ਲਈਏ, ਉਹ ਐਕਸੈਪਟ ਨਹੀਂ ਕਰਨਗੀਆਂ ਕਿਉਂਕਿ ਇਹ ਕੰਟਰੀਆਂ ਇੰਟਰਵਿਊ ਲੈਂਦੀਆਂ। ਤੇ 17 ਤੋਂ ਬਾਅਦ ਜਦੋਂ ਆਪਣਾ 5-6 ਸਾਲ ਦਾ ਗੈਪ ਹੋ ਜਾਂਦਾ ਹੈ ਤੇ ਆਪਾਂ ਇੰਟਰਵਿਊ ਦੇਣ 'ਚ ਸક્ષਮ ਨਹੀਂ ਰਹਿ ਜਾਂਦੇ, ਤੇ ਤੁਹਾਨੂੰ ਆਪਾਂ ਨੂੰ ਉਹੀ ਚੀਜ਼ ਲੈਣੀ ਚਾਹੀਦੀ ਹੈ ਜੋ ਆਪਾਂ ਨੂੰ ਈਜ਼ੀਲੀ ਮਿਲ ਸਕੇ। ਤੇ ਤੁਹਾਡੇ ਵਾਸਤੇ ਐਲਬੇਨੀਆ ਸਭ ਤੋਂ ਬੈਸਟ ਹੈ, ਤੇ ਐਲਬੇਨੀਆ ਤੁਸੀਂ ਫਰਾਂਸ ਜਾ ਸਕਦੇ ਹੋ, ਤੇ ਐਲਬੇਨੀਆ 'ਚ ਹੀ ਅਪਲਾਈ ਕਰਕੇ ਤੁਹਾਨੂੰ ਜ਼ਿਆਦਾ ਬੈਨੀਫਿਟ ਹੈ ਜੀ। ਅੱਛਾ, ਲਾਤਵੀਆ ਜਾਂ ਫਿਰ ਜਰਮਨੀ ਦੀ ਜੇ ਮੈਂ ਗੱਲ ਕਰਾਂ, ਆਇਲਸ ਰਿਕੁਆਇਰਮੈਂਟ ਹੈਗੀ ਆਇਲਸ ਦੀ? ਡਿਪੈਂਡ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ। ਲੈਟਵੀਆ ਕੋਈ ਆਇਲਸ ਰਿਕੁਆਇਰਡ ਨਹੀਂ ਹੈਗਾ। ਜਰਮਨ ਦੀ ਆਪਾਂ ਗੱਲ ਕਰਦੇ ਹਾਂ, ਜਰਮਨ ਦੇ ਵਿੱਚ 70% ਕਾਲਜ ਯੂਨੀਵਰਸਿਟੀ 'ਚ ਆਇਲਸ ਰਿਕੁਆਇਰਡ ਹੈ, 30 ਦੇ ਵਿੱਚ ਰਿਕੁਆਇਰਡ ਨਹੀਂ ਹੈ। ਮਤਲਬ ਕਿ ਕਾਫੀ ਉੱਥੇ ਬਿਜ਼ਨਸ ਸਕੂਲਸ ਨੇ ਜਿਨ੍ਹਾਂ 'ਚ ਆਪਾਂ ਬੈਚਲਰ ਔਰ ਮਾਸਟਰ ਕਰ ਸਕਦੇ ਹਾਂ, ਉਹਨਾਂ 'ਚ ਆਇਲਸ ਰਿਕੁਆਇਰਡ ਨਹੀਂ ਹੈਗੀ। ਬਟ ਜਰਮਨ ਦੇ ਵਿੱਚ ਜਿਹੜਾ ਇੱਕ ਮੇਜਰ ਖਰਚਾ ਆ ਜਾਂਦਾ ਉਹ ਬਲੋਕ ਅਕਾਊਂਟ ਦਾ ਆ ਜਾਂਦਾ, ਜਿਸ ਲਾਈਕ ਕੈਨੇਡਾ GIS ਦੀ ਆਪਾਂ ਗੱਲ ਕਰਦੇ ਹਾਂ, ਇੱਥੇ ਬਲੋਕ ਅਕਾਊਂਟ ਹੈ। ਤੇ ਉਹੀ ਚੀਜ਼ ਹੈ ਫਿਰ ਯੂਰਪ ਵਿੱਚ ਆ ਕੇ 15-18 ਲੱਖ ਰੁਪਏ ਲਗਾਉਣਾ ਮੇਰੇ ਅਕੋਰਡਿੰਗ ਤਾਂ ਬੈਸਟ ਵੀ ਨਹੀਂ ਹੈਗਾ। ਦੇਖੋ 5-7-10 ਲੱਖ ਰੁਪਏ ਤੱਕ ਤਾਂ ਠੀਕ ਹੈ, ਤੇ ਉਹ ਜੇ ਉਸ ਤੋਂ ਉੱਪਰ ਬਜਟ ਆ ਜਾਂਦਾ ਹੈ ਤੇ ਮੇਰੇ ਅਕੋਰਡਿੰਗ ਤੁਹਾਨੂੰ, ਕਿਉਂਕਿ ਜਿਹੜਾ ਬੱਚਾ ਜਰਮਨ ਵਾਸਤੇ ਐਲੀਜੀਬਲ ਹੈ, ਇਟ ਮੀਨ ਉਹ ਦੂਸਰੀ ਕੰਟਰੀ ਵਾਸਤੇ ਵੀ ਐਲੀਜੀਬਲ ਹੈ, ਫਿਰ ਤੁਹਾਨੂੰ ਆਪਣਾ ਮਾਈਂਡ ਉਸ ਸਾਈਡ ਲਗਾਉਣਾ ਚਾਹੀਦਾ। ਬਿਲਕੁਲ। ਹੈਲੋ ਸੌਰੀ ਮੈਡਮ, ਮੈਨੇ ਕਾਲ ਕੱਟ ਗਈ, ਮਨਿੰਦਰ ਗੱਲ ਕਰ ਰਿਹਾ। ਮਨਿੰਦਰ ਜੀ, ਤੁਹਾਨੂੰ ਰਿਵਰਟ ਤੁਹਾਨੂੰ ਦੇ ਦਿੱਤਾ ਗਿਆ, ਬਾਕੀ ਤੁਸੀਂ ਡਾਕੂਮੈਂਟ ਸ਼ੇਅਰ ਕਰ ਦਿਓ, ਤੁਹਾਨੂੰ ਆਟੋਮੈਟਿਕਲੀ ਰਿਵਰਟ ਆ ਜਾਊਗਾ ਉਸ ਚੀਜ਼ ਤੇ। ਸੋ ਸਾਰੇ ਜਣੇ ਜੋ ਵੀ ਸਾਡਾ ਸ਼ੋਅ ਦੇਖ ਰਹੇ ਨੇ, ਤੁਸੀਂ ਆਪਣੇ ਡਾਕੂਮੈਂਟਸ ਨੂੰ WhatsApp ਵੀ ਕਰ ਸਕਦੇ ਹੋ, ਇਹਨਾਂ ਨੰਬਰ 'ਤੇ ਕਾਲ ਕਰੋ, ਉਸ ਤੋਂ ਬਾਅਦ ਤੁਸੀਂ ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ, ਕਾਲ ਬੈਕ ਤੁਹਾਨੂੰ ਆ ਜਾਏਗਾ। ਅੱਛਾ, ਹੁਣ ਜੇ ਮੈਂ ਗੱਲ ਕਰਾਂ ਇਹਨਾਂ ਕੰਟਰੀਆਂ, ਯੂਰਪ ਤੋਂ ਇਲਾਵਾ ਵੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ, ਹੋਰ ਇਸ ਟਾਈਮ ਕਿਹੜੀ ਕੰਟਰੀ ਦਾ ਸਿਨੈਰੀਓ ਇਸ ਟਾਈਮ ਅੱਛਾ ਚੱਲ ਰਿਹਾ? ਇਸ ਟਾਈਮ ਦੇਖੋ ਕੋਈ ਚੀਜ਼ ਹੈ, ਯੂਰਪ ਤਾਂ ਹੋ ਗਿਆ ਜਿਹੜੇ ਪ੍ਰੋਫਾਈਲ ਦੀ ਆਪਾਂ ਗੱਲ ਕਰ ਰਹੇ ਹਾਂ, ਉਸ ਤੋਂ ਬਾਅਦ ਆ ਜਾਂਦੇ ਕਰੀਮ ਪ੍ਰੋਫਾਈਲ, ਮਤਲਬ ਜਿਹੜਾ 20 ਪਾਸ ਆਊਟ ਹੈ, 21, 22 ਪਾਸ ਆਊਟ ਹੈ, ਜਿਹੜਾ ਲਾਸਟ ਆਪਾਂ ਸ਼ੋਅ 'ਚ ਵੀ ਡਿਸਕਸ ਕੀਤਾ ਸੀ ਕਿ ਜਿਹੜਾ ਤਾਂ ਬੱਚਾ 2022 ਪਾਸ ਆਊਟ ਹੈ ਉਹਦੇ ਵਾਸਤੇ ਤਾਂ ਹਰ ਇੱਕ ਆਪਸ਼ਨ ਓਪਨ ਹੈ, ਕਿਉਂਕਿ ਉਹ ਬੱਚਾ ਪੜ੍ਹਨ 'ਚ ਅੱਛਾ ਹੈ। ਜੇ ਉਹਨੇ 6 ਬੈਂਡ ਲੈ ਲਏ ਨੇ ਤੇ ਉਹ ਕੈਨੇਡਾ ਵੀ ਜਾ ਸਕਦਾ ਹੈ, ਜੇ 1 'ਚ ਘੱਟ ਵੀ ਰਹਿ ਗਏ ਹੁੰਦੇ, ਨੋਟ 5.5 ਰਹਿ ਗਏ, ਆਸਟ੍ਰੇਲੀਆ ਵੀ ਜਾ ਸਕਦਾ, ਨਿਊਜ਼ੀਲੈਂਡ, UK, ਹਰ ਇੱਕ ਕੰਟਰੀ ਵਾਸਤੇ ਐਲੀਜੀਬਲ ਹੈ। ਗੱਲ ਆ ਜਾਂਦੀ ਉਹ ਪ੍ਰੋਫਾਈਲ ਵਾਸਤੇ ਜਿਹੜੇ 2020 ਪਾਸ ਆਊਟ ਹੈ, ਕਿਉਂਕਿ 2020 ਪਾਸ ਆਊਟ ਨੂੰ ਆਸਟ੍ਰੇਲੀਆ ਲੈਂਦਾ ਨਹੀਂ, ਨਾ ਹੀ 21 ਪਾਸ ਆਊਟ ਨੂੰ ਲੈਂਦਾ। ਤੇ ਜੇ ਕੈਨੇਡਾ ਦੀ ਗੱਲ ਕਰੀਏ ਤੇ ਉਹ ਕਹਿੰਦੇ 6 ਬੈਂਡ ਹੈ, ਤੇ ਉਹ ਹਰ ਇੱਕ ਬੱਚੇ ਦੇ ਆਉਂਦੇ ਨਹੀਂ। ਉਹ ਫਿਰ ਇਸ ਟਾਈਮ ਜਿਹੜਾ ਓਪਨ ਹੈ ਨਿਊਜ਼ੀਲੈਂਡ ਇਸ ਟਾਈਮ ਸੇਮ ਜਸਟ ਲਾਈਕ ਯੂਰਪ ਬਾਹਾਂ ਖੋਲ ਕੇ ਤੁਹਾਡਾ ਸਵਾਗਤ ਕਰਦਾ ਪਿਆ, ਕਿਉਂਕਿ 2-3 ਸਾਲ ਬਾਅਦ ਨਿਊਜ਼ੀਲੈਂਡ ਓਪਨ ਹੋਇਆ ਹੈ। ਨਿਊਜ਼ੀਲੈਂਡ 'ਚ ਤੁਸੀਂ 2020 ਪਾਸ ਆਊਟ ਹੋ, ਕਿਸੇ ਵੀ ਕੰਟਰੀ 'ਚੋਂ ਤੁਸੀਂ 2-4-5 ਵਾਰੀ ਵੀ ਰਿਫਿਊਜ਼ ਹੋ, ਕੋਈ ਮੈਟਰ ਨਹੀਂ ਹੈਗਾ। ਬਸ ਤੁਹਾਡੇ ਆਇਲਸ ਵਿੱਚੋਂ ਉਹੀ ਗੱਲ ਹੈ 5.5 ਐਲੀਜੀਬਲ ਹੋ, ਬਟ ਅਸੀਂ ਐਕਸੈਪਟ ਨਹੀਂ ਕਰ ਰਹੇ, 6 ਨੋਟ ਲੈਸ ਦੈਨ 5.5 ਨੂੰ ਹੀ ਅਸੀਂ ਐਕਸੈਪਟ ਕਰਾਂਗੇ। ਤੁਸੀਂ ਅਪਲਾਈ ਕਰ ਸਕਦੇ ਹੋ ਬੈਚਲਰ ਡਿਗਰੀ ਵਾਸਤੇ, ਤੇ ਇਹਦੇ 'ਚ ਫਾਈਨੈਂਸ਼ੀਅਲਸ ਨੇ ਜਿਹੜੇ ਤੁਹਾਨੂੰ ਜੈਨੂਅਨ ਹੀ ਚਾਹੀਦੇ ਹੋਣਗੇ। ਉਹ ਲਾਸਟ ਰੋਜ਼ 'ਚ ਆਪਾਂ ਮੇਨਲੀ ਨਿਊਜ਼ੀਲੈਂਡ ਦੇ ਉੱਪਰ ਸਭ ਕੁਛ ਪ੍ਰੋਪਰ ਆਪਾਂ ਡਿਸਕਸ ਕੀਤਾ ਸੀ, ਕਿਵੇਂ ਫਾਈਨੈਂਸ਼ੀਅਲ ਚਾਹੀਦੇ, ਕਿਹੋ ਨਹੀਂ ਚਾਹੀਦੇ। ਤੁਸੀਂ ਉਹ ਸਾਡੇ ਲਾਸਟ ਸ਼ੋਅ ਦੇ ਵਿੱਚ ਵੀ ਡਿਟੇਲ ਕੱਢ ਕੇ ਦੇਖ ਸਕਦੇ ਹੋ। ਬਿਲਕੁਲ ਜੀ, ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਨੇ ਜੀ। AVM ਗਲੋਬਲ ਤੁਹਾਨੂੰ ਇਨਵਾਈਟ ਕਰ ਰਿਹਾ। ਯੂਰਪ ਜਾਣਾ ਚਾਹੁੰਦੇ ਹੋ, ਵੀਕ ਪ੍ਰੋਫਾਈਲ ਵਾਲਿਆਂ ਦੀ ਅਸੀਂ ਜਿਵੇਂ ਕਿ ਗੱਲ ਕਰ ਰਹੇ ਹਾਂ, 10ਵੀਂ ਪਾਸ ਹੋ ਜਾਂ +2 ਪਾਸ ਹੋ ਜਾਂ ਗੈਪ ਹੋ ਚੁੱਕਿਆ ਪੜ੍ਹਾਈ ਦੇ ਵਿੱਚ, ਬਜਟ ਜ਼ਿਆਦਾ ਨਹੀਂ ਹੈਗਾ, ਤੇ ਯੂਰਪ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀ ਕੰਟਰੀਜ਼ ਹੈਗੀਆਂ ਨੇ ਜਿੱਥੇ ਜਾ ਕੇ ਤੁਸੀਂ ਆਪਣਾ ਭਵਿੱਖ ਜਿਹੜਾ ਉਹ ਬਣਾ ਸਕਦੇ ਹੋ। ਸੋ ਥੈਂਕ ਯੂ ਸੋ ਮਚ ਅਮਨ ਜੀ। ਸ਼ੋਰ ਜੀ, ਧੰਨਵਾਦ। ਸੋ ਆਈ ਹੋਪ ਜੀ ਨੰਬਰ ਤੁਸੀਂ ਨੋਟ ਕਰ ਲਏ ਹੋਣਗੇ। ਇਹਨਾਂ ਨੰਬਰ 'ਤੇ ਤੁਸੀਂ ਕਾਲ ਕਰੋ, ਜਦੋਂ ਮਰਜ਼ੀ ਆਫਿਸ ਦੇ ਵਿੱਚ ਵਿਜ਼ਿਟ ਕਰਨਾ ਚਾਹੋ ਤਾਂ ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। हेलो एवरीवन, दिस इज कल्पना फ्रॉम AVM ग्लोबल चंडीगढ़। आज हम एक हैप्पी मोमेंट के साथ आपके सामने आए हुए हैं। हमारे यहाँ पे वीज़ा आया हुआ है ऑस्ट्रेलिया स्टडी वीज़ा नयन डाबरा का, जो कि बहुत ही कम टाइम में हमारे पास आया हुआ है। इनकी पहले फाइल लगी थी UK स्टडी वीज़ा के लिए, और इनका ऑफर लेटर जो वो काफ़ी 1-2 मंथ हो गए थे नहीं आ रहा था, और फाइनली ये हमारे पास आए यहाँ पे, और हमने इनका ऑस्ट्रेलिया का वीज़ा लगवा दिया। इनकी जो प्रोफाइल थी वो थी 19 पास आउट थे ये, और इनके आइल्स में स्कोर थे 5.5 नॉट लेस देन 5। और आज ये रिसीव करने के लिए इनके फादर यहाँ पे आए हुए हैं। सर, ये आपके नयन का वीज़ा, अपने एक्सपीरियंस हमारे साथ शेयर कीजिए प्लीज़। मैं धर्मवीर डाबरा, मेरा बड़ा बेटा सिंगापुर में गया हुआ है। हमारी इच्छा थी कि छोटा वाला बेटा भी किसी अच्छी कंट्री में जाए, बड़ी कंट्री में जाए, इसलिए हमने AVM से कंसल्ट किया और स्टडी वीजे के लिए बोला, मतलब हमें जो काफ़ी टफ होते हुए भी आ गया है। मतलब इसके लिए मैं AVM का दिल से धन्यवाद करता हूँ। थैंक यू।